ਸੁਣੀਦਾ ਜ਼ਰੂਰ ਸੀਗਾ ਕਿ ਆ ਸਟੈਪ ਮਦਰ ਹੈ ਜਾਂ ਸਟੈਪ ਫਾਦਰ ਹੈ ਇੱਥੋਂ ਤੱਕ, ਬਟ ਮਲਟੀਪਲ ਸਟੈਪ ਫਾਦਰਸ ਹੋਣ ਜਾਂ ਮਲਟੀਪਲ ਸਟੈਪ ਮਦਰਸ ਹੋਣ, ਇਹ ਇੱਥੇ ਆ ਕੇ ਚੀਜ਼ ਦੇਖੀ ਅਤੇ ਹੈਰਾਨੀ ਉਦੋਂ ਵੀ ਹੋਈ ਕਿ ਉਹਦੇ 'ਚ ਬਹੁਤ ਸਾਰੀਆਂ ਫੈਮਲੀਜ਼, ਪੰਜਾਬੀ ਫੈਮਲੀਜ਼ ਵੀ ਨੇ, ਜਿਵੇਂ ਇੱਕ ਬੱਚਾ ਇੱਕ ਹਸਬੈਂਡ ਤੋਂ ਆ, ਦੂਸਰਾ ਬੱਚਾ ਦੂਸਰੇ ਹਸਬੈਂਡ ਤੋਂ ਆ, ਅਤੇ ਤੀਸਰੇ ਨਾਲ ਹੁਣ ਆਪਾਂ ਰਹਿ ਰਹੇ ਹਾਂ, 2 ਬੱਚੇ ਉਹਦੇ ਵੀ ਨੇ। ਸਾਈਕੋਲੋਜਿਸਟ ਇਹ ਕਹਿੰਦੇ ਆ ਕਿ ਜਿਹੜਾ 5 ਤੋਂ 7 ਸਾਲ ਤੱਕ ਦੀ ਉਮਰ ਦਾ ਬੱਚਾ ਹੈ ਨਾ, ਉਹ ਆਪਣੇ ਪੇਰੈਂਟਸ ਨੂੰ 2 ਨਹੀਂ ਸਮਝਦਾ, ਉਹ ਇੱਕ ਯੂਨਿਟ ਸਮਝਦਾ। ਬਟ ਜਦੋਂ ਦੋਵੇਂ ਡਿਫਰੈਂਟ ਬਿਹੇਵ ਕਰਦੇ ਆ ਅਤੇ ਉਹਦੇ ਲਈ ਸਮਝਣ 'ਚ ਉਹਨੂੰ ਬਹੁਤ ਮੁਸ਼ਕਿਲ ਆਉਂਦੀ। ਉਸ ਏਜ ਗਰੁੱਪ ਦੇ ਵਿੱਚ ਬੱਚਾ ਕਈ ਵਾਰੀ ਮੋਹਰੀ ਬਣ ਜਾਂਦਾ, ਪੇਰੈਂਟਸ ਉਹਨੂੰ ਮੋਹਰੀ ਬਣਾ ਲੈਂਦੇ ਆ ਇੱਕ ਦੂਜੇ ਨੂੰ ਤੰਗ ਕਰਨ ਵਾਸਤੇ, ਇੱਕ ਕਿਸਮ ਦਾ ਮੋਹਰਾ ਬਣਾ ਲੈਂਦੇ ਨੇ ਇੱਕ ਦੂਜੇ ਦੇ ਖਿਲਾਫ ਬਦਲਣ ਵਾਸਤੇ ਵਰਤਣ ਲਈ, ਜਾਂ ਦੂਜੇ ਨੂੰ ਤੰਗ ਕਰਨ ਵਾਸਤੇ। ਜੇ ਕੁਦਰਤ ਨੂੰ ਵੇਖੀਏ ਤੇ ਬੰਦਾ ਜਿਹੜਾ ਵਾ, ਬੰਦਾ ਆਪਣੇ ਆਪ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਮੈਂਟਲ ਪੱਖੋਂ, ਮਾਈਂਡ ਪੱਖੋਂ ਸਭ ਤੋਂ ਟੌਪ 'ਤੇ ਆ, ਅਤੇ ਸ੍ਰਿਸ਼ਟੀ ਦਾ ਵੀ ਬੜਾ ਜ਼ੋਰ ਲੱਗਾ ਇਹਨੂੰ ਬਣਾਉਣ 'ਤੇ, ਬੜੇ ਕਰੋੜਾਂ ਸਾਲ ਲੱਗੇ ਆ। ਬਟ ਹੁਣੇ ਪ੍ਰੋਡਕਸ਼ਨ ਲਾਈਨ 'ਚ ਆ 2 ਮੀਆਂ ਬੀਬੀ ਜੁੜਦੇ ਆ ਅਤੇ ਨਵਾਂ ਨਿਆਣਾ ਕੱਢ ਕੇ ਬਾਹਰ ਮਾਰਦੇ ਆ, ਠੀਕ ਹੈ, ਇੱਦਾਂ ਹੀ ਹੁੰਦਾ ਨਾ ਬੇਸਿਕਲੀ ਪ੍ਰੈਕਟੀਕਲੀ। ਬਟ ਅਸੀਂ ਉਹਦੀ ਇੰਪੋਰਟੈਂਸ ਨਹੀਂ ਸਮਝ ਰਹੇ, ਅਸੀਂ ਉਹ ਪ੍ਰੋਡਕਸ਼ਨ ਲਾਈਨ ਦੇ ਵਰਕਰ ਵਾਂਗੂ ਖਲੋ ਗਏ ਹਾਂ, ਜਿਹੜੇ ਇਹ ਨਹੀਂ ਦੇਖ ਰਹੇ ਕਿ ਇਹ ਜਿਹੜੀ ਸਾਡੇ ਥਰੂ ਨਵੀਂ ਜਾਨ ਨਿਕਲੀ ਆ, ਤੇ ਰਚਨਾ ਜਿਹੜੀ ਰੱਬ ਨੇ ਬਣਾਈ, ਇਹਦੀ ਰਿਸਪੋਂਸੀਬਿਲਿਟੀ ਹੈ ਸਾਡੇ 'ਤੇ, ਅਤੇ ਅਸੀਂ ਇਹਨੂੰ ਸੰਭਾਲਣਾ। ਹੁਣ ਜਿਹੜਾ ਹਿਊਮਨ ਹੈ ਨਾ, ਬੰਦਾ ਹੈ ਨਾ, ਬੰਦਾ ਮੇਲ ਮਰਦ ਜਿਹਨੂੰ ਕਹਿੰਦੇ ਆ, ਮਰਦ ਸ਼ਿਕਾਰੀ ਸੁਭਾਅ ਦਾ ਹੈ, ਇਹ ਰੱਬ ਨੇ ਡਿਫਰੈਂਟ ਤਰੀਕੇ ਦਾ ਬਣਾਇਆ। ਇਹ ਯੂਨੀਪੋਲਰ ਹੁੰਦੇ ਆ, ਇਹਨਾਂ ਨੂੰ ਤੇ ਆਪਣੇ ਸਾਹਮਣੇ ਪਏ ਕੱਪੜੇ ਨਹੀਂ ਕਈ ਵਾਰੀ ਲੱਭਦੇ, ਸਾਹਮਣੇ ਪਏ ਹੁੰਦੇ ਹੈ ਨਾ। ਲੇਡੀ ਮਲਟੀਪੋਲਰ, ਉਹਨੇ ਰਸੋਈ 'ਚ ਕੜਛੀ ਵੀ ਮਾਰ ਆਉਣੀ ਆ, ਉਹਨੇ ਨਿਆਣੇ ਵੀ ਤਿਆਰ ਕਰ ਦੇਣੇ ਆ, ਉਹਨੇ ਰੋਟੀ ਵੀ ਬਣਾ ਦੇਣੀ ਆ, ਉਹਨੇ ਬਰੱਸ਼ ਵੀ ਕਰ ਆਉਣਾ, ਸੋ ਮਲਟੀਪਲ ਕੰਮ ਕਰ ਸਕਦੀ ਆ। ਬੰਦਾ ਮਲਟੀਪਲ ਕੰਮ ਨਹੀਂ ਕਰ ਸਕਦਾ, ਬੰਦਾ ਮਰਦ ਇੱਕ ਹੀ ਕੰਮ ਕਰਦਾ, ਇਹ ਯੂਨੀਪੋਲਰ ਹੁੰਦਾ। ਹੁਣ ਪੇਰੈਂਟਸ ਬਹੁਤੀ ਵਾਰੀ ਪੰਗਾ ਕਿੱਥੋਂ ਪੈਂਦਾ, ਬੰਦਾ ਘਰ ਆਉਂਦਾ ਸ਼ਾਮ ਨੂੰ, ਘਰੇ ਨਿਆਣਾ ਰੋਂਦਿਆਂ ਹੁੰਦਾ, ਉਹ 2 ਮਿੰਟ ਬਾਅਦ ਇਹਨੂੰ ਕਹਿ ਦੇਣਾ, ਇਹਨੂੰ ਚੁੱਪ ਕਰਾਓ, ਇਹਨੂੰ ਪਰਾਂ ਲੈ ਜਾਓ। ਲੇਡੀ ਖਿੱਚ ਜਾਂਦੀ ਇਸ ਗੱਲ 'ਤੇ ਕਈ ਵਾਰੀ ਵੀ ਮੈਂ ਇਹਨੂੰ ਸਵੇਰ ਦੀ ਸਮਝ ਨਹੀਂ ਆ, ਤੁਸੀਂ ਉਹਨੂੰ 2 ਮਿੰਟ ਨਹੀਂ ਫੜ ਸਕਦੇ। ਸੋ ਇਹ ਬੜਾ ਕਾਮਨ ਹੈ। ਜਦੋਂ ਲੋਕਾਂ ਨਾਲ ਗੱਲ ਕਰੀ ਤਾਂ ਕਹਿੰਦੇ ਜੀ ਬਿਲਕੁਲ ਇੱਦਾਂ ਹੀ ਹੁੰਦਾ, ਅਤੇ ਡਿਵੋਰਸ ਹੋ ਜਾਣਾ ਤੇ ਇੱਕ ਕੌਨਸੀਕੁਐਂਸ ਹੈ, ਚਲੋ ਹੋ ਗਿਆ। ਪਰ ਜਿਹੜੀ ਲੜਾਈ ਸ਼ੁਰੂ ਹੋਣ ਤੋਂ ਲੈ ਕੇ ਡਿਵੋਰਸ ਤੱਕ ਦੀ ਜਰਨੀ ਆ, ਇਹ ਆ ਜਿਹੜੀ ਬੱਚੇ ਨੂੰ ਖਰਾਬ ਕਰਦੀ ਹੈ। ਇੱਕ ਤਾਂ ਹੈਗਾ ਬੱਚਾ ਆਪਣੇ ਆਪ ਸਿਚੁਏਸ਼ਨ ਤੋਂ ਲੈ ਰਿਹਾ, ਇੱਕ ਹੈਗਾ ਤੁਸੀਂ ਉਹਦੇ ਦਿਮਾਗ 'ਚ ਕੀ ਵਾੜ। ਇੱਥੇ ਜ਼ਿਆਦਾ ਲੇਡੀਜ਼ ਅਨਨੋਇੰਗਲੀ ਕਰ ਬਹਿੰਦੀਆਂ ਇਹ ਕੰਮ ਕਿ ਉਹ ਬੱਚੇ ਨੂੰ ਆਪਣੇ ਫਾਦਰ ਦੇ ਅਗੇਂਸਟ ਜਾਂ ਬਾਕੀ ਦੇ ਇਨਲॉज ਦੇ ਅਗੇਂਸਟ ਗੱਲਾਂ ਬਾਤਾਂ ਕਹਿਣਾ ਸ਼ੁਰੂ ਕਰ ਦਿੰਦੀਆਂ, ਕਮੈਂਟ ਮਾਰਨਾ ਸ਼ੁਰੂ ਕਰ ਦਿੰਦੀਆਂ। ਪਿਓ ਹੀ ਮੰਨ ਲਈਏ, ਪਿਓ ਬਹੁਤ ਮਾੜਾ, ਸੱਚੀ ਮੁੱਚੀ ਮਾੜਾ, ਸੱਚੀ ਮੁੱਚੀ ਹੋ ਸਕਦੇ ਆ, ਬਿਲਕੁਲ ਸੱਚੀ ਮੁੱਚੀ ਮਾੜਾ ਬੰਦਾ। ਪਰ ਇਸ ਗੱਲ ਦਾ ਬੱਚੇ ਨੂੰ ਉਸ ਉਮਰ 'ਚ ਜਦੋਂ ਹਾਲੇ ਇਮੈਚੁਰ ਹੈ, ਉਹਨੂੰ ਇਸ ਗੱਲ ਦਾ ਪਤਾ ਲੱਗਣਾ ਜਾਂ ਇਹ ਅਹਿਸਾਸ ਕਰਾਉਣਾ, ਉਹਦੀ ਸਿਹਤ 'ਤੇ ਕੀ ਅਸਰ ਪਾਉਂਦਾ। ਦੇਖੋ ਜੀ, ਗੱਲ ਉਹ ਤੁਸੀਂ ਉਹਨੂੰ ਇੱਕ ਲੈਂਸ ਦੇ ਦਿੰਦੇ ਆ ਨਵਾਂ ਵੇਖਣ ਦਾ, ਉਹ ਫਿਰ ਦੁਨੀਆ ਨੂੰ ਜਦੋਂ ਵੀ ਦੇਖੇਗਾ ਉਹ ਉਸ ਪ੍ਰਿਜ਼ਮ ਦੇ ਵਿੱਚ ਦੀ ਦੇਖੇਗਾ। ਉਹਦੀ ਜਿਹੜੀ ਖੁਦ ਦੀ ਪਰਖਣ ਦੀ ਸੋਚ ਹੈ ਉਹ ਤੁਸੀਂ ਲਿਮਿਟ ਕਰਤੀ। ਬੱਚੇ ਕਈ ਇਹ ਸਮਝ ਲੈਂਦੇ ਆ ਕਿ ਲੜਾਈ ਸਾਡੇ ਕਰਕੇ ਹੋ ਰਹੀ ਹੈ, ਉਹ ਦੋਸ਼ੀ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਛੋਟੇ ਬੱਚੇ ਕਿ ਸ਼ਾਇਦ ਮੰਮੀ ਡੈਡੀ ਲੜ ਰਹੇ ਆ ਨਾ, ਮੈਂ ਕੁਛ ਗਲਤ ਕਰਦਾ। ਕਿਉਂਕਿ ਬੱਚਾ ਕੁਛ ਨਿੱਕੀ ਜਿਹੀ ਗਲਤੀ ਕਰਦਾ ਵਾ, ਗੁੱਸਾ ਕਿਸੇ ਹੋਰ ਗੱਲ 'ਤੇ ਚੜਿਆ ਹੁੰਦਾ, ਝਿੜਕਣ ਨੂੰ ਪੈ ਜਾਂਦੀ, ਉਸ ਤੋਂ ਬਾਅਦ ਲੜਾਈ ਵੱਧ ਜਾਂਦੀ। ਬੱਚਾ ਇਹ ਸਮਝਦਾ ਹੈ ਕਿ ਜਿਹੜੀ ਲੜਾਈ ਹੋ ਰਹੀ ਹੈ ਉਹ ਮੇਰੇ ਕਰਕੇ ਹੋ ਰਹੀ। ਵੱਡੇ ਬੱਚੇ, ਜਦੋਂ ਉਹ ਨਿੱਕਾ ਬੱਚਾ ਪੈਦਾ ਹੁੰਦਾ ਨਾ, ਤੁਸੀਂ ਉਹ ਬੱਚਾ ਵੱਡੇ ਬੱਚੇ ਨੂੰ ਦੇ ਦਿਓ, ਉਹਨੂੰ ਕਹੇ ਤੇਰਾ ਹੈ, ਇਹ ਤੇਰਾ ਆ, ਤੇਰਾ ਭਰਾ ਆ, ਅਤੇ ਅਸੀਂ ਇਹਨੂੰ ਸਾਂਭਣਾ। ਉਹਨੂੰ ਇਨਵੋਲਵ ਕਰੋ ਹਰ ਕੰਮ 'ਚ। ਅਸੀਂ ਕੀ ਕਰਦੇ ਹਾਂ, ਉਹ ਹੱਥ ਲਾਉਣ ਨੂੰ ਆਉਂਦਾ, ਅਸੀਂ ਉਹਦਾ ਹੱਥ ਫੜ ਕੇ ਪਰਾਂ ਨੂੰ ਕਰ ਦਿੰਦੇ ਕਿ ਕਾਕਾ ਨਾ ਨਾ ਨਾ। ਉਹ ਸੁੱਤਾ ਨੂੰ ਚੁੱਕਣਾ ਚਾਹੁੰਦਾ, ਅਸੀਂ ਚੁੱਕਣ ਨਹੀਂ ਦਿੰਦੇ। ਅਸੀਂ ਇੱਕ ਨਾ ਦੀਵਾਰ ਖੜੀ ਕਰ ਲੈਂਦੇ ਹਾਂ ਵੀ ਇੱਕ ਦਿਨ ਨੂੰ ਇਹ ਹਰਟ ਨਾ ਹੋ ਜੇ। ਉਹਦੇ 'ਚ ਨਿੱਕਾ ਤਾਂ ਨਹੀਂ ਹਰਟ ਹੁੰਦਾ, ਪਰ ਵੱਡਾ ਬਹੁਤ ਹਰਟ ਹੋ ਜਾਂਦਾ। ਜਿਹੜਾ ਮਦਰ ਹੈ ਉਹ ਮਤਲਬ ਉਹਨੇ ਅੰਮ੍ਰਿਤ ਛਕਿਆ ਹੋਇਆ, ਠੀਕ ਹੈ ਨਾ, ਅਤੇ ਛੋਟੀ ਬੱਚੀ ਹੈ, ਅਤੇ ਬੱਚੀ ਦੇ ਕਿਤੇ ਪੇਟ 'ਤੇ ਝਰੀਟ ਲੱਗ ਗਈ, ਅਤੇ ਉਹ ਜਦੋਂ ਫਾਦਰ ਕੋਲੇ ਗਈ ਅਤੇ ਫਾਦਰ ਨੇ ਦੇਖਿਆ ਝਰੀਟ ਲੱਗੀ ਹੈ, ਫਾਦਰ ਉਹਨੂੰ ਐਮਰਜੈਂਸੀ 'ਚ ਲੈ ਗਿਆ, ਅਤੇ ਉੱਥੇ ਜਾ ਕੇ ਉਹਨੇ ਕਿਹਾ ਕਿ ਮਦਰ ਦੀ ਜਿਹੜੀ ਕਿਰਪਾਨ ਹੈ ਨਾ, ਉਹ ਇਹਦੇ ਮਾਰੀ। ਪਿਛਲੇ ਦਿਨਾਂ ਦੌਰਾਨ ਅਸੀਂ ਕਾਫੀ ਗੱਲਬਾਤ ਕੀਤੀ ਸੀ ਇਸ ਪੱਖ ਤੋਂ ਕਿ ਜਿਹੜਾ ਅੱਜ ਦਾ ਸਾਡਾ ਲਾਈਫ ਸਟਾਈਲ ਹੈ, ਜਿਹਦੇ 'ਚ ਟੈਕਨੋਲੋਜੀ ਦਾ ਇੱਕ ਆਪਣਾ ਰੋਲ ਹੈ। ਟੈਕਨੋਲੋਜੀ ਤੋਂ ਬਿਨਾਂ ਜਿਹੜੇ ਸਾਡੇ ਕੰਮਕਾਰ ਦੇ ਹਾਲਾਤ ਨੇ, ਸਾਡਾ ਰਹਿਣ ਸਹਿਣ ਹੈ, ਸਾਡਾ ਘਰਾਂ ਦਾ ਮਾਹੌਲ ਹੈ, ਉਹਦਾ ਬੱਚਿਆਂ ਦੀ ਮੈਂਟਲ, ਫਿਜ਼ੀਕਲ ਜਾਂ ਓਵਰਆਲ ਗਰੋਥ ਦੇ ਉੱਤੇ
ਬੜਾ ਮਾੜਾ ਅਸਰ ਪੈ ਰਿਹਾ ਤੇ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਕੀ ਕਰ ਸਕਦੇ ਹਾਂ? ਪਹਿਲੀ ਗੱਲ ਤਾਂ ਕਿ ਉਹਦੇ ਬਾਰੇ ਅਵੇਅਰ ਹੋਇਆ ਜਾਏ, ਤੇ ਦੂਸਰਾ ਕੁਛ ਐਫਰਟਸ ਸਾਨੂੰ ਸਾਰਿਆਂ ਨੂੰ ਕਰਨੇ ਪੈਣੇ ਨੇ, ਕਿਉਂਕਿ ਬੜੀ ਭਿਅੰਕਰ ਸਿਚੁਏਸ਼ਨ ਨਜ਼ਰ ਆਉਂਦੀ ਹੈ ਜਦੋਂ ਬੱਚਿਆਂ ਦੇ ਇੱਕ ਸੈਕਸ਼ਨ 'ਚ ਉਹਨਾਂ ਦੀ ਮੈਂਟਲ ਫਿਜ਼ੀਕਲ ਹੈਲਥ ਨੂੰ ਅਸੀਂ ਦੇਖਦੇ ਹਾਂ। ਅਤੇ ਉਸ ਗੱਲਬਾਤ ਤੋਂ ਬਾਅਦ ਕਾਫੀ ਕੁਐਸਚਨਸ ਮੈਨੂੰ ਦੋਸਤਾਂ ਮਿੱਤਰਾਂ ਨੇ ਪੁੱਛੇ। ਉਹ ਇਸ ਐਂਗਲ ਤੋਂ ਸੀਗਾ ਕਿ ਜਿਹੜਾ ਮੀਆਂ ਬੀਵੀ ਦਾ ਆਪਸੀ ਰਿਸ਼ਤਾ, ਇਹ ਬੱਚਿਆਂ ਦੀ ਮੈਂਟਲ ਫਿਜ਼ੀਕਲ ਹੈਲਥ ਨੂੰ ਕਿਵੇਂ ਅਫੈਕਟ ਕਰਦਾ। ਸੋ ਇਹਦੇ ਬਾਰੇ ਅਸੀਂ ਬੇਨਤੀ ਫਿਰ ਕੀਤੀ ਡਾਕਟਰ ਬਰਜਿੰਦਰ ਚੀਮਾ ਹੋਰਾਂ ਨੂੰ, ਪੀਡੀਆਟ੍ਰੀਸ਼ਨ ਨੇ, ਬੱਚਿਆਂ ਦੇ ਡਾਕਟਰ ਨੇ, ਅਤੇ ਇਸ ਟੌਪਿਕ ਦੇ ਉੱਤੇ ਉਹਨਾਂ ਨੇ ਬੜੀਆਂ ਜੋ ਗੱਲਾਂ ਪਿਛਲੇ ਟਾਈਮ 'ਚ ਕੀਤੀਆਂ, ਬਹੁਤ ਜ਼ਿਆਦਾ ਤੁਸੀਂ ਉਹਨਾਂ ਨੂੰ ਲਾਈਕ ਕੀਤਾ, ਅਤੇ ਸਟੂਡੀਓ ਦੇ ਵਿੱਚ ਨੇ ਇਸ ਵੇਲੇ ਉਹ। ਅਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਸ਼ਮੀਲ ਜੀ, ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਆਪਣੀ ਗੱਲ ਡਿਵਾਈਸ ਤੋਂ ਸ਼ੁਰੂ ਹੋਈ ਸੀ। ਹਾਂਜੀ। ਅਤੇ ਅਸਲੀ ਸਭ ਤੋਂ ਵੱਡੇ ਡਿਵਾਈਸ ਤੇ ਅਸੀਂ ਆਪ ਹਾਂ। ਬਿਲਕੁਲ, ਹੈ ਨਾ। ਬਿਲਕੁਲ ਜੀ, ਬਿਲਕੁਲ। ਅਤੇ ਉਸ ਚੀਜ਼ ਦਾ, ਕਿਉਂਕਿ ਸਭ ਤੋਂ ਵੱਡਾ ਇੰਪੈਕਟ ਤਾਂ ਬੱਚਿਆਂ 'ਤੇ ਉਸ ਚੀਜ਼ ਦਾ ਪੈਂਦਾ, ਸਾਡੇ ਆਚਰਣ ਦਾ ਪੈਂਦਾ, ਸਾਡਾ ਆਪਣਾ ਰਹਿਣ ਸਹਿਣ, ਸਾਡੀ ਆਪਣੀ ਬੋਲਬਾਣੀ, ਹਾਂਜੀ, ਸਾਡਾ ਆਪਸੀ ਰਿਸ਼ਤਾ ਇੱਕ ਦੂਜੇ ਨੂੰ ਕਿਵੇਂ ਟਰੀਟ ਕਰ ਰਹੇ ਹਾਂ। ਬਿਲਕੁਲ ਜੀ। ਅਤੇ ਇਸ ਚੀਜ਼ ਦੀ ਰਿਫਲੈਕਸ਼ਨ ਵੀ ਤੁਸੀਂ ਦੇਖਦੇ ਹੋ ਬੱਚਿਆਂ ਦੀ ਮੈਂਟਲ ਫਿਜ਼ੀਕਲ। ਹਾਂਜੀ ਸ਼ਮੀਲ ਜੀ, ਇਹ ਕਾਫੀ ਦੇਖਣ ਨੂੰ ਮਿਲਦੀ ਆ ਹੁਣ। ਇੱਕ ਚੀਜ਼ ਜਿਹੜੀ ਮੇਰੇ ਲਈ ਬਿਲਕੁਲ ਨਵੀਂ ਸੀ ਜਦੋਂ ਮੈਂ ਇੱਥੇ ਆਇਆ, ਅਤੇ ਜਿਹੜਾ ਕਿ ਕੌਨਸੈਪਟ ਅਸੀਂ ਪਹਿਲਾਂ ਕਦੀ ਵੇਖਿਆ ਨਹੀਂ ਸੀਗਾ ਆਪਣੇ, ਜਦੋਂ ਅਸੀਂ ਵੱਡੇ ਹੋਏ ਹਾਂ। ਸੁਣੀਦਾ ਜ਼ਰੂਰ ਸੀਗਾ ਕਿ ਆਹ ਸਟੈਪ ਮਦਰ ਹੈ ਜਾਂ ਸਟੈਪ ਫਾਦਰ ਹੈ, ਇੱਥੋਂ ਤੱਕ, ਬਟ ਮਲਟੀਪਲ ਸਟੈਪ ਫਾਦਰਸ ਹੋਣ ਜਾਂ ਮਲਟੀਪਲ ਸਟੈਪ ਮਦਰਸ ਹੋਣ, ਇਹ ਇੱਥੇ ਆ ਕੇ ਚੀਜ਼ ਦੇਖੀ। ਅਤੇ ਹੈਰਾਨੀ ਉਦੋਂ ਵੀ ਹੋਈ ਕਿ ਉਹਦੇ 'ਚੋਂ ਬਹੁਤ ਸਾਰੀਆਂ ਫੈਮਿਲੀਜ਼, ਪੰਜਾਬੀ ਫੈਮਿਲੀਜ਼ ਵੀ ਨੇ, ਕਿ ਜਿਵੇਂ ਇੱਕ ਬੱਚਾ ਇੱਕ ਹਸਬੈਂਡ ਤੋਂ ਆ, ਦੂਸਰਾ ਬੱਚਾ ਦੂਸਰੇ ਹਸਬੈਂਡ ਤੋਂ ਆ, ਅਤੇ ਤੀਸਰੇ ਨਾਲ ਹੁਣ ਆਪਾਂ ਰਹਿ ਰਹੇ ਹਾਂ, 2 ਬੱਚੇ ਉਹਦੇ ਵੀ ਨੇ ਜਿਹਦੇ ਨਾਲ ਹੁਣ ਰਹਿ ਰਹੇ ਹਾਂ, ਅਤੇ ਅਜੇ ਵੀ ਕਨਫਲਿਕਟ ਚੱਲ ਰਿਹਾ। ਸੋ ਇਹ ਬੜੇ ਮਲਟੀਪਲ, ਇਹਦੇ 'ਚ ਬਹੁਤ ਡਿਫਰੈਂਟ ਤਰ੍ਹਾਂ ਦੇ ਲੋਕ ਅਤੇ ਬਹੁਤ ਡਿਫਰੈਂਟ ਤਰੀਕਾਂ ਦੀ ਤੁਹਾਡੀ ਮੈਂਟਲ ਸੈਟਅਪ 'ਚ ਇਨਵੋਲਵ ਹੋ ਜਾਂਦੀ, ਅਤੇ ਬੜਾ ਕੰਪਲੀਕੇਟਡ ਮੈਟੀਰੀਅਲ ਜਿਹਾ ਬਣ ਜਾਂਦਾ ਉੱਥੇ। ਸੋ ਇਹ ਦੇਖਣ ਨੂੰ ਮਿਲਦਾ ਹੈ। ਬਾਕੀ ਡਿਵੋਰਸ ਡੈਫੀਨੇਟਲੀ ਸਾਡੇ ਆਪਣੀ ਕਮਿਊਨਿਟੀ ਦੇ ਵਿੱਚ ਵੀ ਕਾਫੀ ਅੱਗੇ ਨਾਲੋਂ ਦੇਖਣ ਨੂੰ ਵੱਧ ਮਿਲਦਾ ਹੈ। 9-10 ਮਹੀਨੇ ਦਾ ਬੱਚਾ ਹੁੰਦਾ ਅਤੇ ਕਈ ਵਾਰੀ ਮਦਰਸ ਕਹਿ ਦਿੰਦੀਆਂ ਜੀ ਅਸੀਂ ਸਾਲ ਦਾ ਟੀਕਾ ਲਵਾਉਣਾ ਹੈ, ਅਸੀਂ ਹੁਣ ਇੰਡੀਆ ਜਾਣਾ ਹੈ, ਸਾਡੀ ਹਸਬੈਂਡ ਨਾਲ ਨਹੀਂ ਬਣ ਰਹੀ ਜਾਂ ਸਾਨੂੰ ਤੰਗ ਕਰ ਰਿਹਾ। ਸੋ ਕਾਫੀ ਮਤਲਬ ਇਟਸ ਫਰੀਕੁਐਂਟ, ਇਹ ਇੱਦਾਂ ਨਹੀਂ ਹੈ ਕਿ ਕਿਤੇ ਕੋਈ 2-3 ਮਹੀਨੇ ਇੱਕ ਵਾਰੀ, ਕਾਫੀ ਕਾਮਨ ਪ੍ਰੋਬਲਮ ਹੈ, ਕਾਫੀ ਕਾਮਨ। ਪਰ ਇਹਦੀ ਜਿਹੜੀ ਇਹਦਾ ਅਸਰ ਹੈ ਬੱਚਿਆਂ, ਹਾਂਜੀ ਹਾਂਜੀ, ਉਹ ਕਿਸ ਤਰੀਕੇ ਨਾਲ ਪੈ ਰਿਹਾ? ਹਾਂ, ਉਹ ਮੈਂ ਦਰਸ਼ਕਾਂ ਨੂੰ ਇਸ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਦਾ ਕਿ ਜਿਵੇਂ ਆਪਾਂ ਪਹਿਲਾਂ ਆਪਣੇ ਇੱਕ ਸੀਰੀਜ਼ ਕੀਤੀ ਸੀਗੀ ਕਿ ਬੱਚੇ ਦੀ ਮੈਂਟਲ ਡਿਵੈਲਪਮੈਂਟ ਦੇ ਕਿਵੇਂ ਫੇਜ਼, 5 ਸਾਲ ਤੱਕ ਦਾ ਕਿਵੇਂ ਸੋਚਦਾ ਹੈ, 5 ਤੋਂ 12 ਸਾਲ ਤੱਕ ਦਿਮਾਗ ਦੇ ਵਿੱਚ ਕਿਹੜੀਆਂ ਚੀਜ਼ਾਂ ਚੱਲਦੀਆਂ, 13 ਸਾਲ ਤੋਂ ਬਾਅਦ ਕਿਹੜੀਆਂ ਚੱਲਦੀਆਂ। ਸੋ ਜਿਹੜੇ ਤਾਂ ਬੱਚੇ ਹੁੰਦੇ ਆ ਛੋਟੇ, ਜਿਹੜੇ ਆਪਾਂ ਕਹਿ ਲਈਏ, ਚਲੋ ਬਰੋਡਲੀ ਲੈ ਲਈਏ ਕਿ 5 ਸਾਲ ਤੋਂ ਛੋਟੇ ਬੱਚੇ, ਹੁਣ ਇਹ 'ਚ ਇੱਦਾਂ ਹੈ ਕਿ ਜੇ ਆਪਾਂ ਵੀ ਆਪਣੇ ਆਪ ਨੂੰ ਪਿੱਛੇ ਲੈ ਕੇ ਜਾ ਕੇ ਦੇਖੀਏ ਤਾਂ ਤੁਹਾਨੂੰ 5 ਸਾਲ ਤੋਂ ਪਿਛਲੀ ਮੈਮਰੀ ਬਹੁਤੀ ਨਹੀਂ ਹੁੰਦੀ, ਕੋਈ ਇੱਕ ਅੱਧੀ ਗੱਲ ਯਾਦ ਹੁੰਦੀ ਹੈ। 5 ਸਾਲ ਤੋਂ ਛੋਟੇ ਸਮੇਂ 'ਚ ਨਾ ਇੰਪਰੈਸ਼ਨ ਯਾਦ ਰਹਿੰਦੇ, ਇੰਪਰੈਸ਼ਨ ਤੁਹਾਡੇ ਮਾਈਂਡ 'ਤੇ ਕੀ ਪੈਂਦਾ ਹੈ। ਜਿਵੇਂ ਆਪਾਂ ਬੱਚੇ ਨੂੰ ਕਹਿ ਦਿੰਦੇ ਹਾਂ, ਡਰਾਵਾ ਪਾ ਦਿੰਦੇ ਹਾਂ ਕੋਈ ਹਨੇਰੇ ਦਾ, ਜਾਂ ਓਏ ਇੱਧਰ ਆ ਜਾ, ਇੱਥੇ ਕਾਂ ਆ ਜਾਊਗਾ, ਜਾਂ ਡਾਕਟਰ ਟੀਕਾ ਲਾ ਦੂਗਾ, ਮੈਂ ਬੁਲਾਉਣ ਲੱਗਾ ਉਹਨੂੰ, ਹੈ ਨਾ। ਛੋਟੇ ਛੋਟੇ ਡਰ ਨੇ, ਅਤੇ ਬੱਚੇ ਨੂੰ ਨਹੀਂ ਬਾਅਦ 'ਚ ਨਹੀਂ ਪਤਾ ਲੱਗਦਾ ਕਿ ਮੈਂ ਡਰਦਾ ਕਿਉਂ ਹਾਂ, ਬਟ ਉਹ ਇੰਪਰੈਸ਼ਨ ਬਹਿ ਜਾਂਦਾ ਹੈ, ਅਤੇ ਉਹ ਮੁੜ ਕੇ ਡਿਫਰੈਂਟ ਥਾਵਾਂ 'ਤੇ ਰਿਫਲੈਕਟ ਹੁੰਦਾ ਹੈ, ਉਹ ਡਰਨਾ ਸ਼ੁਰੂ ਹੋ ਜਾਂਦਾ ਬੱਚਾ ਇਨ ਜਨਰਲ ਬਾਕੀ ਚੀਜ਼ਾਂ ਤੋਂ। ਸੋ ਇਸੇ ਤਰ੍ਹਾਂ ਹੀ ਜਿਹਨੂੰ ਪਿਆਰ ਮਿਲਿਆ ਉਹਦਾ ਪਿਆਰ ਦਾ ਇੰਪਰੈਸ਼ਨ ਬਣ ਗਿਆ, ਜਿਹਨੂੰ ਰਿਜੈਕਸ਼ਨ ਮਿਲੀ ਉਹਦੇ 'ਚ ਰਿਜੈਕਸ਼ਨ ਵਾਲਾ ਇੰਪਰੈਸ਼ਨ ਪੈ ਜਾਂਦਾ। ਉਹ ਜਿਹੜਾ ਇੰਪਰੈਸ਼ਨ ਪੈ ਗਿਆ ਉਸ ਏਜ ਦੇ ਵਿੱਚ, ਉਹ ਆਪਾਂ ਅੱਗੇ ਵੀ ਗੱਲ ਕੀਤੀ ਸੀ, ਉਹ ਚੇਂਜ ਨਹੀਂ ਹੁੰਦਾ ਛੇਤੀ ਕਿਤੇ, ਕਿਉਂਕਿ ਉਹ ਤੁਹਾਡੇ ਜਿਵੇਂ ਘਰ ਦੀ ਨੀਂਹ ਦੇ ਥੱਲੇ ਵੜ ਜਾਂਦਾ ਨਾ, ਉਹ ਵੀ ਇੰਪਰੈਸ਼ਨ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਬਹੁਤ ਥੱਲੇ ਚਲਾ ਜਾਂਦਾ। ਸੋ ਉਸ ਟਾਈਮ ਦੇ ਵਿੱਚ ਬੱਚੇ ਨੇ ਕੀ ਵੇਖਿਆ, ਉਹ ਉਹਦੇ 'ਤੇ ਬਹੁਤ ਜ਼ਿਆਦਾ ਅਸਰ ਕਰਦਾ ਹੈ। 5 ਸਾਲ ਤੋਂ ਬਾਅਦ ਦੇ ਬੱਚੇ ਆ, ਉਹ ਜਦੋਂ ਉਹਨਾਂ ਦੀ ਆਪਣੀ ਵਿਜ਼ਡਮ ਬਣਨੀ ਸ਼ੁਰੂ ਹੋ ਜਾਂਦੀ, ਆਪਣਾ ਸੋਚਣ ਦਾ ਐਂਗਲ ਬਣਨਾ ਸ਼ੁਰੂ ਹੋ ਜਾਂਦਾ, ਅਤੇ ਉਹ ਓਨੇ ਜ਼ਿਆਦਾ ਇਫੈਕਟ ਨਹੀਂ ਹੁੰਦੇ। ਉਹ ਸਗੋਂ ਵੇਖਿਆ ਗਿਆ ਕਿ ਰਿਜ਼ੀਲੀਅੰਟ ਹੋ ਜਾਂਦੇ, ਉਹ ਲੱਗਦੇ ਵੀ ਇਹਨਾਂ ਦਾ ਤਾਂ ਕੰਮ ਹੀ ਇਹੋ ਆ, ਠੀਕ ਹੈ ਨਾ। ਪਰ ਜਿਹੜੇ 5 ਸਾਲ ਤੋਂ ਛੋਟੇ ਬੱਚੇ ਆ ਨਾ, ਉਹਨਾਂ 'ਚ ਅਜੀਬ ਕਿਸਮ ਦਾ ਡਰ ਬੈਠ ਜਾਂਦਾ ਹੈ। ਸਾਈਕੋਲੋਜਿਸਟ ਇਹ ਕਹਿੰਦੇ ਆ ਕਿ ਜਿਹੜਾ 5 ਤੋਂ 7 ਸਾਲ ਤੱਕ ਦੀ ਉਮਰ ਦਾ ਬੱਚਾ ਹੈ ਨਾ, ਉਹ ਆਪਣੇ ਪੇਰੈਂਟਸ ਨੂੰ 2 ਨਹੀਂ ਸਮਝਦਾ, ਉਹ 1 ਯੂਨਿਟ ਸਮਝਦਾ।
ਪਰ ਜਦੋਂ ਦੋਵੇਂ ਡਿਫਰੈਂਟ ਬਿਹੇਵ ਕਰਦੇ ਆ ਤੇ ਉਹਦੇ ਲਈ ਸਮਝਣ 'ਚ ਉਹਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਉਹ ਇੱਕ ਠੋਸ ਇੰਪ੍ਰੈਸ਼ਨ ਨਹੀਂ ਲੈ ਪਾਉਂਦਾ ਕਿ ਮੈਂ ਕੰਕਰੀਟ ਇੰਪ੍ਰੈਸ਼ਨ ਨਹੀਂ, ਜਿਵੇਂ ਆਪਾਂ ਕੋਈ ਸਵਾਲ ਆਪਾਂ ਨੂੰ ਕੋਈ ਸਮਝਾਵੇ ਆਪਾਂ ਨੂੰ ਸਮਝ ਨਾ ਲੱਗੇ ਤੇ ਉਹ ਸਾਰਾ ਕੁਝ ਵੇਸਟ ਲੱਗਦਾ ਨਾ, ਵੀ ਉਹਨੇ ਜਿੰਨਾ ਜ਼ੋਰ ਲਾਇਆ ਵੇਸਟ ਗਿਆ ਨਾ। ਪਰ ਜੇ ਨਿੱਕੀ ਜਿਹੀ ਘੁੰਡੀ ਕਈ ਵਾਰੀ ਰਹਿ ਜਾਂਦੀ ਆ, ਉਹ ਜਦੋਂ ਦੱਸ ਦਿੰਦਾ ਤੇ ਸਾਰੀ ਗੱਲ ਸਮਝ ਲੱਗ ਜਾਂਦੀ। ਸੋ ਉਸ ਕਸ਼ਮਕਸ਼ ਦੇ ਵਿੱਚ ਛੋਟੇ ਬੱਚੇ ਉਸ ਟਾਈਮ ਫਸ ਜਾਂਦੇ ਆ ਕਿ ਉਹਨਾਂ ਨੂੰ ਕਿਸੇ ਵੀ ਤਣ ਪੱਤਣ ਨਹੀਂ ਲੱਗਦੇ। ਤੇ ਉਸ ਤੋਂ ਵੀ ਭਿਅੰਕਰ ਮਸਲਾ ਇਹ ਹੋ ਜਾਂਦਾ ਹੈ ਕਿ ਉਸ ਏਜ ਗਰੁੱਪ ਦੇ ਵਿੱਚ ਬੱਚਾ ਕਈ ਵਾਰੀ ਮੋਹਰੀ ਬਣ ਜਾਂਦਾ, ਪੇਰੈਂਟਸ ਉਹਨੂੰ ਮੋਹਰੀ ਬਣਾ ਲੈਂਦੇ ਆ ਇੱਕ ਦੂਜੇ ਨੂੰ ਤੰਗ ਕਰਨ ਵਾਸਤੇ, ਇੱਕ ਕਿਸਮ ਦਾ ਮੋਹਰਾ ਬਣਾ ਲੈਂਦੇ ਨੇ ਇੱਕ ਦੂਜੇ ਦੇ ਖਿਲਾਫ ਬਦਲਣ ਵਾਸਤੇ ਵਰਤਣ ਲਈ, ਜਾਂ ਦੂਜੇ ਨੂੰ ਤੰਗ ਕਰਨ ਵਾਸਤੇ। ਹੁਣ ਜਿਵੇਂ ਮੰਨ ਲਓ ਜੇ ਪਿਓ ਨੂੰ ਲੱਗਦਾ ਹੈ ਕਿ ਮਦਰ ਨੇ ਝਿੜਕਿਆ, ਠੀਕ ਹੈ ਨਾ, ਤੇ ਉਹ ਉਹਨੂੰ ਕਾਊਂਟਰ ਕਰੂਗਾ ਉਹਦੇ ਸਾਹਮਣੇ। ਅੱਛਾ, ਜੇ ਉਹਨੂੰ ਮਦਰ ਨੂੰ ਪਤਾ ਲੱਗ ਗਿਆ ਵੀ ਪਿਓ ਇਹਦੀ ਜਾਨ ਇਹਦੇ 'ਚ ਫਸੀ ਆ ਤੇ ਇਹਨੂੰ ਗੁੱਸਾ ਚੜ੍ਹਦਾ ਜਦੋਂ ਮੈਨੂੰ ਕੁਛ ਕਹਿੰਦੀ ਆ, ਉਹਨੇ ਉਹਦੇ ਸਾਹਮਣੇ ਬੱਚੇ ਨੂੰ ਜ਼ਿਆਦਾ ਗੁੱਸਾ ਕਰਨਾ, ਤੰਗ ਉਹਨੇ ਦੂਜੇ ਆਪਣੇ ਸਪਾਊਸ ਨੂੰ ਆ, ਬਟ ਕਰਨਾ ਬੱਚੇ ਦੇ ਥਰੂ। ਸੋ ਇਹ ਬਹੁਤ ਹੀ ਜਿਹੜੀ ਖਤਰਨਾਕ ਸਥਿਤੀ ਬਣ ਜਾਂਦੀ ਆ। ਬਟ ਅਨਕੌਨਸ਼ੀਅਸਲੀ ਕਰਦੇ ਆ ਪੇਰੈਂਟਸ, ਉਹਨਾਂ ਨੂੰ ਇਸ ਟਾਈਮ ਉਸ ਸਮਝ ਨਹੀਂ ਹੁੰਦੀ ਵੀ ਅਸੀਂ ਕਰ ਕੀ ਰਹੇ ਹਾਂ। ਤੇ ਜਿਹੜੇ ਬੱਚੇ ਹੁੰਦੇ ਆ 5 ਤੋਂ 13 ਸਾਲ ਦੀ ਉਮਰ ਦੇ ਵਿੱਚ, ਜੇ ਤੇ ਪਹਿਲਾਂ ਕਨਫਲਿਕਟ ਨਹੀਂ ਸੀ ਤੇ ਹੁਣ ਕਨਫਲਿਕਟ ਬਣਨੇ ਸ਼ੁਰੂ ਹੋਏ, ਇਹ ਬੱਚੇ ਥੋੜ੍ਹਾ ਜਿਹਾ ਸੌਖਾ ਹੈਂਡਲ ਕਰ ਲੈਂਦੇ। ਇਹ ਬਹੁਤ ਰੈਜ਼ੀਲੀਐਂਟ ਹੁੰਦੀ ਆ ਏਜ, ਵਿਜ਼ਡਮ ਬਣ ਰਹੀ ਹੁੰਦੀ ਆ, ਦੇਖਣ ਦਾ ਨਜ਼ਰੀਆ ਐਂਗਲ ਬਣ ਰਿਹਾ ਹੁੰਦਾ, ਤੇ ਉਹ ਹਰ ਚੀਜ਼ ਨੂੰ ਇੱਕ ਸਮਝ ਤੇ ਐਂਗਲ ਤੋਂ ਦੇਖਦੇ ਆ। ਸੋ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਕਹਾਣੀ ਕੀ ਚੱਲ ਰਹੀ ਆ। ਉਹ ਉਹਨਾਂ ਬੈਡ ਫੀਲ ਨਹੀਂ ਕਰਦੇ, ਬਟ ਡੈਫੀਨੇਟਲੀ ਨੋਰਮਲ ਬੱਚੇ ਵਾਂਗੂ ਤਾਂ ਨਹੀਂ ਬਿਹੇਵ ਕਰਦੇ, ਬਟ ਗਹਿਰਾਈ ਤੱਕ ਅਸਰ ਉਹਨਾਂ ਨਹੀਂ ਹੁੰਦਾ। ਜਿਹੜੇ 13 ਸਾਲ ਤੋਂ ਬਾਅਦ ਆ ਉਹ ਤਾਂ ਬਿਲਕੁਲ ਹੀ ਕੋਰੇ ਹੋ ਜਾਂਦੇ ਨਾ, ਵੀ ਯਾਰ ਜੋ ਮਰਜ਼ੀ ਕਰੋ। ਉਹਨਾਂ ਨੂੰ ਤੁਸੀਂ ਬਾਅਦ 'ਚ ਸਮਝਾ ਵੀ ਨਹੀਂ ਸਕਦੇ, ਕਿਉਂਕਿ ਆਪਾਂ ਵੀ ਗੱਲ ਕੀਤੀ ਸੀ 13 ਸਾਲ ਤੋਂ ਬਾਅਦ ਕੰਕਰੀਟ ਮਾਈਂਡ ਬਣ ਜਾਂਦਾ। ਹੁਣ ਨਹੀਂ ਉਹਨਾਂ ਨੇ ਤੁਹਾਡੀ ਗੱਲ ਕੋਈ ਸੁਣਨੀ, ਅਨਲੈਸ ਕਿ ਤੁਹਾਡੇ ਤੋਂ ਉਹਨਾਂ ਦਾ ਟਰਸਟ ਜਾਂ ਪਿਆਰ ਦਾ ਰਿਸ਼ਤਾ ਹੋਵੇ। ਸੋ ਇਹਦੇ 'ਚ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ ਪੇਰੈਂਟਸ ਨੂੰ। ਦੇਖੋ, ਇੱਕ ਕੰਪਨੀ ਆ, ਇੰਜੀਨੀਅਰ ਬੈਠੇ ਆ, ਪੈਸਾ ਖਰਚ ਕਰ ਰਹੇ ਆ, ਕੋਈ ਨਵਾਂ ਪ੍ਰੋਡਕਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਅਲਟੀਮੇਟਲੀ ਕੋਈ ਨਵਾਂ ਡਿਜ਼ਾਈਨ ਬਣਾ ਲੈਂਦੇ। ਹੁਣ ਇਹ ਬਣਿਆ ਦੇ ਦਿਮਾਗ 'ਚ ਸੀਗਾ, ਬਿਲਕੁਲ ਪੈਸਾ ਵੀ ਲੱਗਾ, ਟਾਈਮ ਵੀ ਲੱਗਾ। ਹੁਣ ਇਹ ਪ੍ਰੋਡਕਸ਼ਨ ਲਾਈਨ 'ਚ ਆ ਜਾਂਦਾ। ਪ੍ਰੋਡਕਸ਼ਨ ਲਾਈਨ ਦੇ ਵਿੱਚ ਤੇ ਆਮ ਵਰਕਰ ਹੀ ਖੜਾ। ਉਹ ਪਹਿਲਾਂ ਇੱਕ ਹੋਰ ਪੁਰਜਾ ਬਣਾਉਂਦੇ ਸੀ, ਹੁਣ ਇੱਕ ਨਵੇਂ ਡਿਜ਼ਾਈਨ ਦਾ ਪੁਰਜਾ ਬਣਨਾ ਸ਼ੁਰੂ ਹੋ ਗਿਆ। ਉਹ ਨਹੀਂ ਸਮਝਦੇ ਕਈ ਵਾਰੀ ਵੀ ਇਹਦੀ ਇੰਪੋਰਟੈਂਸ ਕਿੰਨੀ ਹੈ, ਇਹ ਕਿਹੋ ਜਿਹੀ ਜਦੋਂ ਜਹਿਦ ਚੋਂ ਨਿਕਲਿਆ, ਕਿੰਨੀ ਮਿਹਨਤ ਨਾਲ ਤਿਆਰ ਹੋਇਆ ਹੈ। ਹਾਂ, ਠੀਕ ਹੈ ਨਾ। ਤੇ ਪਰ ਉਹਨਾਂ ਦੇ ਹੱਥ ਚੋਂ ਨਿਕਲ ਹੀ ਜਾਂਦਾ। ਹਾਂਜੀ, ਜੇ ਕੁਦਰਤ ਨੂੰ ਵੇਖੀਏ ਤੇ ਬੰਦਾ ਬੰਦਾ ਆਪਣੇ ਆਪ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ ਮੈਂਟਲ ਪੱਖੋਂ, ਮਾਈਂਡ ਪੱਖੋਂ ਸਭ ਤੋਂ ਟੌਪ ਤੇ ਆ। ਤੇ ਸ੍ਰਿਸ਼ਟੀ ਦਾ ਵੀ ਬੜਾ ਜ਼ੋਰ ਲੱਗਾ ਇਹਨੂੰ ਬਣਾਉਣ ਤੇ, ਬੜੇ ਕਰੋੜਾਂ ਸਾਲ ਲੱਗੇ ਆ। ਬਟ ਹੁਣੇ ਪ੍ਰੋਡਕਸ਼ਨ ਲਾਈਨ 'ਚ ਆ, 2 ਮੀਆਂ ਬੀਬੀ ਜੁੜਦੇ ਆ ਤੇ ਨਵਾਂ ਨਿਆਣਾ ਕੱਢ ਕੇ ਬਾਹਰ ਮਾਰਦੇ ਆ। ਠੀਕ ਹੈ, ਇੱਦਾਂ ਹੀ ਹੁੰਦਾ ਨਾ ਬੇਸਿਕਲੀ, ਪ੍ਰੈਕਟੀਕਲੀ। ਬਟ ਅਸੀਂ ਉਹਦੀ ਇੰਪੋਰਟੈਂਸ ਨਹੀਂ ਸਮਝ ਰਹੇ। ਅਸੀਂ ਉਹ ਪ੍ਰੋਡਕਸ਼ਨ ਲਾਈਨ ਦੇ ਵਰਕਰ ਵਾਂਗੂ ਖਲੋ ਗਏ ਆ, ਜਿਹੜੇ ਇਹ ਨਹੀਂ ਦੇਖ ਰਹੇ ਕਿ ਇਹ ਜਿਹੜੀ ਸਾਡੇ ਥਰੂ ਨਵੀਂ ਜਾਨ ਨਿਕਲੀ ਆ, ਇਹ ਰਚਨਾ ਜਿਹੜੀ ਰੱਬ ਨੇ ਬਣਾਈ, ਇਹਦੀ ਰਿਸਪੌਂਸਿਬਿਲਿਟੀ ਹੈ ਸਾਡੇ ਤੇ ਅਸੀਂ ਇਹਨੂੰ ਸੰਭਾਲਣਾ। ਤੇ ਮੈਂ ਜੋ ਦੇਖਦਾ, ਜੋ ਮੇਰਾ ਆਪਣਾ ਜਿੰਨਾ ਕੁ ਮੇਰਾ ਤਜਰਬਾ, ਮੈਂ ਗਲਤ ਵੀ ਹੋ ਸਕਦਾ ਵਾਂ, ਮੈਂ ਵੇਖਿਆ ਵਾ ਕਿ ਜਿਹੜੇ ਘਰਾਂ ਦੇ ਵਿੱਚ ਵੀ ਕਲੇਸ਼ ਇਸ ਕਿਸਮ ਦਾ ਹੁੰਦਾ ਆ, ਉਹਦੇ ਮੈਨੂੰ 2 ਵੱਡੇ ਕਾਰਨ ਲੱਗਦੇ ਆ। ਪਹਿਲਾ ਕਾਰਨ ਤੇ ਇਹ ਆ ਕਿ ਦੋਵੇਂ ਜਾਂ ਦੋਵਾਂ 'ਚੋਂ ਇੱਕ ਜਣਾ ਉਹ ਪ੍ਰੋਬਲਮ ਨੂੰ ਐਡਰੈਸ ਨਹੀਂ ਕਰਨਾ ਚਾਹੁੰਦੇ। ਜੇ ਮੈਂ ਤੇ ਤੁਸੀਂ ਲੜ ਪਏ ਹਾਂ, ਜੇ ਤਾਂ ਤੁਹਾਡੀ ਕੰਪਲੇਂਟ ਮੈਂ ਐਡਰੈਸ ਕਰ ਰਿਹਾ ਵਾਂ ਤੇ ਇਹਦਾ ਮਤਲਬ ਮੈਂ ਉੱਤੇ ਕੰਮ ਕਰੂੰਗਾ, ਤੁਸੀਂ ਮੇਰੀ ਤੇ ਕੰਮ ਕਰੋਗੇ, ਮਸਲਾ ਹੀ ਸੋਲਵ ਹੋ ਜਾਂਦਾ। ਬਟ ਜੇ ਤੁਸੀਂ ਕੰਪਲੇਂਟ ਕਰੀ ਜਾਓ ਤੇ ਮੈਂ ਕਹਾਂ ਯਾਰ ਇਹ ਤਾਂ ਐਵੇਂ ਬੋਲੀ ਜਾਂਦੇ, ਮੈਂ ਤਾਂ ਇੱਦਾਂ ਕਰਦਾ ਹੀ ਨਹੀਂ, ਮੈਂ ਰਿਜੈਕਟ ਕਰੀ ਜਾ ਰਿਹਾ, ਇੱਥੇ ਹੁਣ ਪੰਗਾ ਪੈਣਾ। ਸੋ ਬੇਸਿਕਲੀ ਇੱਕ ਤਾਂ ਚੀਜ਼ ਮੈਂ ਇਹ ਦੇਖੀ ਹੈ ਕਿ ਜੇ ਮਦਰ ਕੰਪਲੇਂਟ, ਲੇਡੀ ਦੀ ਕੰਪਲੇਂਟ ਹੈਗੀ, ਬੰਦਾ ਨੂੰ ਐਡਰੈਸ ਨਹੀਂ ਕਰਦਾ, ਉਹਨੂੰ ਲੱਗਦਾ ਕਿ ਐਵੇਂ ਬੋਲੀ ਜਾਂਦੀ ਹੈ। ਇਸੇ ਤਰ੍ਹਾਂ ਜੇ ਬੰਦਾ ਕੰਪਲੇਂਟ ਕਰਦਾ ਤੇ ਲੇਡੀ ਕਹਿੰਦੀ ਹੈ ਕਿ ਨਹੀਂ, ਮੈਂ ਤਾਂ ਸਾਰਾ ਕੁਛ ਕਰ ਰਹੀ ਹਾਂ, ਤੈਨੂੰ ਨਹੀਂ ਪਤਾ ਲੱਗਦਾ। ਸੋ ਅਸੀਂ ਕਿਤੇ ਨਾ ਕਿਤੇ ਪ੍ਰੋਬਲਮ ਨੂੰ ਐਡਰੈਸ ਨਹੀਂ ਕਰਦੇ, ਸੁਣ ਲੈਂਦੇ ਹਾਂ, ਰਿਜੈਕਟ ਕਰ ਦਿੰਦੇ। ਇੱਕ ਤਾਂ ਮੈਂ ਇਹ ਵੱਡਾ ਮਸਲਾ ਦੇਖਿਆ ਮੇਨ। ਦੂਜਾ, ਇਹਦੇ ਨਾਲ ਹੀ ਜੁੜ ਜਾਂਦੀ ਚੀਜ਼ ਕਿ ਉਹ ਬੱਚਿਆਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਨਹੀਂ ਸਮਝਦੇ ਉਸ ਟਾਈਮ। ਉਹਨਾਂ ਲਈ ਆਪਣਾ ਨਿੱਜ ਅਜੇ ਵੀ ਜ਼ਿਆਦਾ ਹੁੰਦਾ, ਆਪ ਹੀ ਬੱਚਿਆਂ ਵਰਗੇ ਨੇ ਅਜੇ। ਹਾਂ, ਉਹ ਆਪ ਵੀ ਬੱਚਿਆਂ ਵਰਗੇ ਆ, ਉਹ ਆਪ ਵੀ ਦੂਜੇ ਤੋਂ ਹੀ ਕੇਅਰ ਭਾਲੀ ਜਾਂਦੇ ਆ, ਪਰ ਆਲਰੇਡੀ ਉਹਨਾਂ ਕੋਲ ਇੱਕ ਹੋਰ ਬੱਚਾ ਪੈਦਾ ਕਰ ਚੁੱਕੇ ਹੋ, ਇੱਕ ਨਹੀਂ 2 ਹੋ ਚੁੱਕੇ ਆ। ਸੋ ਹੁਣ ਤੁਹਾਡਾ ਰੋਲ ਕੇਅਰ ਦੇਣ ਦਾ ਆ। ਸੋ ਜਾਂ ਤਾਂ ਇਹਨਾਂ ਨੂੰ ਕਿਤੇ ਛੋਟੇ ਹੁੰਦਿਆਂ ਕੇਅਰ ਨਹੀਂ ਮਿਲੀ ਹੁੰਦੀ, ਅਜੇ ਵੀ ਉਸ ਡਿਮਾਂਡ 'ਚ ਹੁੰਦੇ ਆ ਇੱਕ ਦੂਜੇ ਤੋਂ ਆਪਣੀਆਂ ਪੂਰਤੀਆਂ ਕਰਨ ਵਾਸਤੇ।
ਬਟ ਜਿੰਨੀ ਕੁ ਮੈਂ ਲੋਕਾਂ ਨਾਲ ਗੱਲਬਾਤ ਕਰਦਾ ਮੈਂ ਵੇਖਦਾ ਕਿ ਪੂਰਤੀ ਵਾਲਾ ਘੱਟ ਵਾ। ਐਕਚੁਅਲੀ ਰਿਜੈਕਸ਼ਨ ਜ਼ਿਆਦਾ, ਗੱਲ ਨਹੀਂ ਸੁਣੀ ਜਾਂਦੀ, ਐਡਰੈਸ ਨਹੀਂ ਕੀਤੀ ਜਾਂਦੀ। ਛੋਟੀਆਂ ਕੰਪਲੇਂਟਸ ਹੁੰਦੀਆਂ ਪਰ ਉਹਨੂੰ ਐਡਰੈਸ ਨਹੀਂ ਕੀਤਾ ਜਾਂਦਾ। ਜਿਵੇਂ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸਦਾ, ਮੈਂ ਪੇਰੈਂਟਸ ਨੂੰ ਕਹਿੰਦਾ ਨਾ ਵੀ 9-10 ਮਹੀਨੇ ਦੇ ਲਾਗੇ ਜਾ ਕੇ ਨਾ ਮੀਆਂ ਬੀਬੀ 'ਚ ਰਿਸ਼ਤਾ ਥੋੜ੍ਹਾ ਜਿਹਾ ਕਰਕਰਾ ਹੋ ਜਾਂਦਾ, ਜੋ ਮੈਂ ਇੱਥੇ ਵੇਖ ਰਿਹਾ। ਜਦੋਂ ਬੱਚਾ ਜੰਮਦਾ ਹੈ ਉਦੋਂ ਹੀ ਸ਼ੁਰੂ ਹੋ ਜਾਂਦਾ ਕੰਮ। ਹੁਣ ਜਿਹੜਾ ਹਿਊਮਨ ਹੈ ਨਾ, ਬੰਦਾ ਹੈ ਨਾ, ਬੰਦਾ ਮੇਲ ਮਰਦ ਜਿਹਨੂੰ ਕਹਿੰਦੇ ਆ, ਮਰਦ ਸ਼ਿਕਾਰੀ ਸੁਭਾਅ ਦਾ। ਇਹ ਰੱਬ ਨੇ ਡਿਫਰੈਂਟ ਤਰੀਕੇ ਦਾ ਬਣਾਇਆ। ਇਹ ਯੂਨੀਪੋਲਰ ਹੁੰਦੇ ਆ। ਇਹਨਾਂ ਨੂੰ ਤੇ ਆਪਣੇ ਸਾਹਮਣੇ ਪਏ ਕੱਪੜੇ ਨਹੀਂ ਕਈ ਵਾਰੀ ਲੱਭਦੇ, ਸਾਹਮਣੇ ਪਏ ਹੁੰਦੇ ਆ, ਹੈ ਨਾ। ਲੇਡੀ ਮਲਟੀਪੋਲਰ ਹੁੰਦੀ। ਉਹਨੇ ਰਸੋਈ 'ਚ ਕੜਛੀ ਵੀ ਮਾਰ ਆਉਣੀ ਆ, ਉਹਨੇ ਨਿਆਣੇ ਵੀ ਤਿਆਰ ਕਰ ਦੇਣੇ, ਉਹਨੇ ਰੋਟੀ ਵੀ ਬਣਾ ਦੇਣੀ ਆ, ਉਹਨੇ ਬਰੱਸ਼ ਵੀ ਕਰ ਆਉਣਾ। ਸੋ ਮਲਟੀਪਲ ਕੰਮ ਕਰ ਸਕਦੀ ਆ। ਬੰਦਾ ਮਲਟੀਪਲ ਕੰਮ ਨਹੀਂ ਕਰ ਸਕਦਾ। ਬੰਦਾ ਮਰਦ ਇੱਕ ਹੀ ਕੰਮ ਕਰਦਾ, ਇਹ ਯੂਨੀਪੋਲਰ ਹੁੰਦਾ। ਇਸੇ ਤਰ੍ਹਾਂ ਜਦੋਂ ਪ੍ਰੋਬਲਮ ਦੀ ਗੱਲ ਆਉਂਦੀ ਆ, ਬੰਦਾ ਬਹੁਤੀ ਵਾਰੀ ਇੱਕੋ ਪੁਆਇੰਟ ਤੋਂ ਦੇਖਦਾ। ਇਹ ਮਲਟੀਪਲ ਪੁਆਇੰਟ ਤੋਂ ਇਹਨੂੰ ਦੇਖਣ ਲਈ ਜ਼ੋਰ ਲਾਉਣਾ ਪੈਂਦਾ। ਲੇਡੀ ਇੱਕੋ ਪ੍ਰੋਬਲਮ ਨੂੰ ਕਈਆਂ ਥਾਵਾਂ ਤੋਂ ਵੇਖ ਲੈਂਦੀ ਹੈ। ਇਹ ਰੱਬ ਨੇ ਉਹਨੂੰ ਦਿੱਤੀ ਆ, ਸਮਰੱਥਾ ਦਿੱਤੀ ਆ। ਅਤੇ ਕਿਉਂਕਿ ਉਹ ਕੰਮ ਜ਼ਿਆਦਾ ਕਰਦੀ ਆ, ਉਹਦੀਆਂ ਪ੍ਰੋਬਲਮਸ ਵੀ ਜ਼ਿਆਦਾ ਹੁੰਦੀਆਂ, ਬੰਦੇ ਨੂੰ ਉਹ ਨਹੀਂ ਦਿਸਦੀਆਂ। ਹੁਣ ਹੁੰਦਾ ਕਿ ਮੈਂ ਪੇਰੈਂਟਸ ਨੂੰ ਸਮਝਾਉਂਦਾ ਨਾ ਵੀ ਜਦੋਂ ਬੱਚਾ ਰੋਂਦਾ ਹੈ ਨਾ, ਜਿਹੜੀ ਰੋਣ ਦੀ ਆਵਾਜ਼ ਹੈ, ਅਗਰ 10,000 ਬੰਦਾ ਵੀ ਇੱਕ ਕਮਰੇ 'ਚ ਖੜਾ ਹੈ, ਪੂਰਾ ਰੌਲਾ ਪਾ ਰਿਹਾ, ਇੱਕ ਬੱਚਾ ਰੋਵੇ ਨਾ, ਤੁਹਾਡਾ ਕੰਨ ਉਹਨੂੰ ਮਿਸ ਨਹੀਂ ਕਰ ਸਕਦਾ। ਇਹਦੀ ਆਵਾਜ਼ ਦੀ ਫਰੀਕੁਐਂਸੀ ਰੱਬ ਨੇ ਇਹੋ ਜਿਹੀ ਬਣਾਈ ਹੈ। ਅਤੇ ਬੰਦਾ ਨਾ, ਮਰਦ ਜਿਹੜਾ ਮਰਦ, ਇਹ ਉਸ ਆਵਾਜ਼ ਨੂੰ 2-3 ਮਿੰਟ ਤੋਂ ਵੱਧ ਬਰਦਾਸ਼ਤ ਨਹੀਂ ਕਰ ਸਕਦਾ। ਇਹਨੂੰ ਕਾਹਲੀ ਪੈਣ ਲੱਗ ਪੈਂਦੀ ਹੈ। ਹੁਣ ਪੇਰੈਂਟਸ ਬਹੁਤੀ ਵਾਰੀ ਪੰਗਾ ਕਿੱਥੋਂ ਪੈਂਦਾ, ਬੰਦਾ ਘਰ ਆਉਂਦਾ ਸ਼ਾਮ ਨੂੰ, ਘਰੇ ਨਿਆਣਾ ਰੋਂਦਿਆਂ ਹੁੰਦਾ, ਉਹ 2 ਮਿੰਟ ਬਾਅਦ ਇਹਨੂੰ ਕਹਿ ਦੇਣਾ ਇਹਨੂੰ ਚੁੱਪ ਕਰਾਓ, ਇਹਨੂੰ ਪਰਾਂ ਲੈ ਜਾਓ। ਲੇਡੀ ਖਿੱਚ ਜਾਂਦੀ ਇਸ ਗੱਲ 'ਤੇ ਕਈ ਵਾਰੀ ਵੀ ਮੈਂ ਇਹਨੂੰ ਸਵੇਰ ਦੀ ਸਾਂਭਣ ਨਹੀਂ ਹਾਂ, ਤੁਸੀਂ ਇਹਨੂੰ 2 ਮਿੰਟ ਨਹੀਂ ਫੜ ਸਕਦੇ। ਸੋ ਇਹ ਬੜਾ ਕਾਮਨ ਹੈ। ਜਦੋਂ ਲੋਕਾਂ ਨਾਲ ਗੱਲ ਕਰੀ ਤਾਂ ਕਹਿੰਦੇ ਜੀ ਬਿਲਕੁਲ ਇੱਦਾਂ ਹੀ ਹੁੰਦਾ। ਇੱਥੋਂ ਕੰਮ ਸ਼ੁਰੂ ਹੋ ਜਾਂਦਾ। ਜਾਂ ਬੰਦਾ ਬਾਹਰ ਚਲੇ ਜਾਊਗਾ ਜਾਂ ਉਹਨੂੰ ਅਵੋਇਡ ਕਰੂਗਾ। ਲੇਡੀ ਨੂੰ ਲੱਗਦਾ ਕਿ ਮੇਰੀ ਹੈਲਪ ਨਹੀਂ ਕਰ ਰਿਹਾ ਹੁਣੇ, ਉੱਥੋਂ ਫਿਰ ਇਹ ਹੈ ਵੀ ਜਿੱਥੇ ਕੌਨਫਲਿਕਟ ਪੈਦਾ ਹੁੰਦਾ। ਹਾਂਜੀ ਅੱਗੇ ਇਸ ਕੌਨਫਲਿਕਟ ਦਾ ਬੱਚਿਆਂ ਦੀ ਸਿਹਤ 'ਤੇ ਅਸਰ ਕੀ ਪੈਂਦਾ, ਉਸ ਚੀਜ਼ ਨੂੰ ਅਸੀਂ ਹੁਣ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਅਤੇ ਗੱਲਬਾਤ ਸਾਡੀ ਜਾਰੀ ਹੈ। ਅਸੀਂ ਡਾਕਟਰ ਬਰਜਿੰਦਰ ਚੀਮਾ, ਜਿਹੜੇ ਕਿ ਬੱਚਿਆਂ ਦੇ ਡਾਕਟਰ ਨੇ, ਸਾਡੇ ਨਾਲ ਸਟੂਡੀਓ 'ਚ ਨੇ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ। ਅਤੇ ਬੱਚਿਆਂ ਦੀ ਸਿਹਤ 'ਤੇ, ਮੈਂਟਲ ਫਿਜ਼ੀਕਲ ਹੈਲਥ 'ਤੇ ਇਸ ਚੀਜ਼ ਦਾ ਕੀ ਅਸਰ ਪੈਂਦਾ ਕਿ ਜਿਹੜੇ ਮੀਆਂ ਬੀਵੀ ਨੇ ਆਪਸ 'ਚ ਉਹਨਾਂ ਦਾ ਰਿਸ਼ਤਾ ਕੀ ਹੈ, ਅਤੇ ਇਸ ਚੀਜ਼ ਲਈ ਉਹਨਾਂ ਨੂੰ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦਾ ਜੋ ਆਪਸੀ ਖੱਟਾ ਮਿੱਠਾ ਜੋ ਵੀ ਰਿਸ਼ਤਾ ਹੈ, ਆਪਸ ਜੋ ਵੀ ਚੱਲ ਰਿਹਾ, ਉਹ ਬੱਚਿਆਂ ਨੂੰ ਅਫੈਕਟ ਨਾ ਕਰੇ। ਇਸ ਚੀਜ਼ ਨੂੰ ਸਮਝਣ ਲਈ ਅਸੀਂ ਡਾਕਟਰ ਬਰਜਿੰਦਰ ਚੀਮਾ, ਬੱਚਿਆਂ ਦੇ ਡਾਕਟਰ ਨੇ, ਸਾਡੇ ਨਾਲ ਸਟੂਡੀਓ 'ਚ ਨੇ। ਸੋ ਡਾਕਟਰ ਸਾਹਿਬ, ਜਿਵੇਂ ਤੁਸੀਂ ਕਾਫੀ ਵਿਸਥਾਰ 'ਚ ਕੀਤਾ ਕਿ ਅਲੱਗ-ਅਲੱਗ ਕਾਰਨਾਂ ਕਰਕੇ, ਕੁਛ ਨਾ ਸਮਝੀ ਕਰਕੇ, ਕੁਛ 2 ਡਿਫਰੈਂਟ ਮੇਲ ਅਤੇ ਫੀਮੇਲ ਮਾਈਂਡ ਦਾ ਫ਼ਰਕ ਹੋਣ ਕਰਕੇ ਆਪਸ 'ਚ ਕੌਨਫਲਿਕਟ ਹੋ ਸਕਦੇ ਨੇ। ਇਹ ਇਸ ਕਿਸਮ ਦੇ ਨੋਰਮਲ ਜਿਹੜੇ ਹਰ ਘਰ ਚੱਲਦੇ ਨੇ ਉਹ ਵੀ ਹੋ ਸਕਦੇ ਨੇ, ਇਹ ਸੀਰੀਅਸ ਰੂਪ 'ਚ ਵੀ ਹੋ ਸਕਦੇ ਨੇ, ਇਹ ਵਾਇਲੈਂਸ ਤੱਕ ਜਾ ਸਕਦੇ ਨੇ, ਇਹ ਸੈਪਰੇਸ਼ਨ ਤੱਕ ਜਾ ਸਕਦੇ ਨੇ, ਕੋਰਟ ਕਚਹਿਰੀਆਂ ਤੱਕ ਜਾ ਸਕਦੇ। ਬਿਲਕੁਲ 2 ਜਣਿਆਂ ਦੇ ਆਪਸ 'ਚ ਕੀ ਰਿਸ਼ਤਾ, ਇਹ ਤਾਂ ਹੁਣ ਉਹਨਾਂ ਨੇ ਰਿਜ਼ੋਲਵ ਕਰਨਾ। ਪਰ ਇਸ ਚੀਜ਼ ਦਾ, ਕਿਉਂਕਿ ਬੱਚੇ ਤੁਹਾਡੀ ਕਲੈਕਟਿਵ ਰਿਸਪੋਂਸੀਬਿਲਿਟੀ ਹੈ, ਉਹਨਾਂ 'ਤੇ ਅਸਰ ਨਾ ਪਏ, ਇਹ ਮੇਰਾ ਖਿਆਲ ਹੈ ਮੇਨ ਕੰਸਰਨ ਹੈ ਆਪਣਾ। ਹਾਂਜੀ ਕਿ ਇਸ ਨੂੰ ਕਿਵੇਂ, ਕਿਹਨਾਂ ਗੱਲਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਕਿ ਤੁਸੀਂ ਆਪਣੇ ਡਿਫਰੈਂਸਿਸ ਨੂੰ ਹੈਂਡਲ ਕਰਦੇ ਰਹੋ, ਠੀਕ ਹੈ, ਉਹਨਾਂ ਦਾ ਜੋ ਵੀ ਬਣਨਾ, ਪਰ ਇਹ ਬੱਚਿਆਂ ਤੱਕ ਨਾ ਪਹੁੰਚੇ। ਇਹਦੇ ਲਈ ਕਿਹੜੀਆਂ ਗੱਲਾਂ ਧਿਆਨ 'ਚ ਰੱਖਣੀਆਂ ਪੈਣਗੀਆਂ? ਹਾਂਜੀ ਸ਼ਮੀਲ ਜੀ, ਦੇਖੋ ਜਦੋਂ ਵੀ ਮੀਆਂ ਬੀਬੀ 'ਚ ਕਨਫਲਿਕਟ ਆ ਜਾਂਦਾ ਹੈ, ਇਹਦਾ ਐਂਡ ਰਿਜ਼ਲਟ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਡਿਵੋਰਸ ਤੱਕ ਜਾਊਗਾ। ਜੇ ਜਾਊਗਾ ਤਾਂ ਕਿੰਨੀ ਦੇਰ 'ਚ ਜਾਊਗਾ, ਸਾਲ 'ਚ ਜਾਊਗਾ ਜਾਂ 10 ਸਾਲਾਂ 'ਚ ਜਾਊਗਾ। ਸੋ ਉਹਨਾਂ ਨੂੰ ਖੁਦ ਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਕਿ ਅਸੀਂ ਕਿਹੜੇ ਪਾਸੇ ਨੂੰ ਇਹਨੇ ਐਂਡ ਹੋਣਾ। ਅਤੇ ਡਿਵੋਰਸ ਹੋ ਜਾਣਾ ਅਤੇ ਇੱਕ ਕੌਨਸੀਕੁਐਂਸ ਹੈ, ਚਲੋ ਹੋ ਗਿਆ। ਪਰ ਜਿਹੜੀ ਲੜਾਈ ਸ਼ੁਰੂ ਹੋਣ ਤੋਂ ਲੈ ਕੇ ਡਿਵੋਰਸ ਤੱਕ ਦੀ ਜਰਨੀ ਆ, ਇਹ ਆ ਜਿਹੜੀ ਬੱਚੇ ਨੂੰ ਖਰਾਬ ਕਰਦੀ ਆ। ਡਿਵੋਰਸ 'ਤੇ ਇੱਕ ਪੇਪਰ ਉਹ 'ਤੇ ਸਾਈਨ ਹੋ ਗਏ, ਉਹ ਤਾਂ ਇੱਕ ਲੀਗਲ ਐਂਟਿਟੀ ਬਣ ਗਈ। ਪਰ ਜਿਸ ਤਰੀਕੇ ਨਾਲ ਪੇਰੈਂਟਸ ਵਿਚਰਦੇ ਆ ਉਸ ਸਫ਼ਰ ਦੇ ਦੌਰਾਨ, ਬੱਚੇ ਨੂੰ ਖਰਾਬ ਉਹ ਚੀਜ਼ ਕਰਦੀ। ਸੋ ਇਹਦੇ ਵਿੱਚ ਆਪਾਂ ਇਸ ਗੱਲ 'ਚ ਬਿਲਕੁਲ ਨਹੀਂ ਪੈਂਦੇ ਕਿ ਉਹ ਡਿਵੋਰਸ ਨਾ ਕਰਨ। ਚਲੋ ਉਹ ਤਾਂ ਸਭ ਤੋਂ ਵਧੀਆ ਗੱਲ ਹੁੰਦੀ ਹੈ ਜੇ ਪ੍ਰੋਬਲਮ ਹੀ ਨਾ ਆਵੇ ਤੇ। ਬਟ ਜੇ ਹੁਣ ਉਹਨਾਂ ਦੇ ਵਿੱਚ ਡਿਫਰੈਂਸਿਸ ਆ ਹੀ ਗਏ ਆ, ਮਤਲਬ ਸ਼ੁਰੂ ਹੋ ਹੀ ਗਿਆ ਕੰਮ, ਅਤੇ ਆਪਾਂ ਵੈਸੇ ਵੀ ਤਾਂ ਦੁਨੀਆ ਲਈ ਥੋੜ੍ਹਾ ਬਹੁਤਾ ਡਰਾਮਾ ਕਰਦੇ ਹੀ ਆ ਨਾ, ਮੂੰਹ ਮੱਥੇ ਲੱਗਣ ਵਾਸਤੇ। ਬਿਲਕੁਲ ਕਰਦੇ। ਅਤੇ ਮੇਰੀ ਪੇਰੈਂਟਸ ਨੂੰ ਇਹ ਸਲਾਹ ਹੋਏਗੀ ਕਿ ਤੁਸੀਂ
ਆਪਣੇ ਬੱਚੇ ਦੇ ਵੀ ਮੂੰਹ ਮੱਥੇ ਲੱਗਣ ਲੱਗਿਆ ਤੁਹਾਨੂੰ ਸੋਚਣਾ ਚਾਹੀਦਾ, ਕਿਉਂਕਿ ਉਹਦੀ ਤਾਂ ਪੂਰੀ ਲਾਈਫ ਤੁਸੀਂ ਤਾਂ ਅੱਧੀ ਜੀ ਲਈ। 25-30 ਸਾਲ ਦੇ ਹੋ ਤੁਸੀਂ, ਅੱਜ ਕੱਲ੍ਹ 60-65 ਸਾਲ ਤੋਂ ਬਾਅਦ ਤੇ ਬੰਦਾ ਰਿਟਾਇਰ ਹੋ ਜਾਂਦਾ। ਸੋ ਤੁਸੀਂ ਅੱਧ 'ਚ ਤਾਂ ਪਹੁੰਚ ਹੀ ਗਏ ਵਰਕਿੰਗ ਲਾਈਫ ਦੇ ਵਿੱਚ, ਤੇ ਬੱਚਾ ਤੇ ਅਜੇ ਸ਼ੁਰੂ ਹੋਇਆ। ਸੋ ਉਹਦੀ ਲਾਈਫ ਨੂੰ ਜ਼ਿਆਦਾ ਪਹਿਲਾਂ ਦੇ ਆਪਣੇ ਮਾਈਂਡ ਦੇ ਵਿੱਚ ਲਿਆਓ ਕਿ ਯਾਰ ਚਲੋ ਸਾਡਾ ਜੋ ਹੈਗਾ ਹੀ ਹੈਗਾ ਵਾ, ਅਸੀਂ ਇਹਨੂੰ ਘੱਟ ਤੋਂ ਘੱਟ ਖਰਾਬ ਕਰੀਏ। ਉਹਦੇ ਲਈ ਸਭ ਤੋਂ ਪਹਿਲਾ ਪੁਆਇੰਟ ਇਹ ਹੈ ਕਿ ਜੇ ਤਾਂ ਬੱਚਾ ਛੋਟਾ ਆ, 5 ਸਾਲ ਤੋਂ ਛੋਟਾ ਆ, ਜਿਵੇਂ ਮੈਂ ਕਿਹਾ ਬੱਚਾ ਪੇਰੈਂਟਸ ਨੂੰ 1 ਯੂਨਿਟ ਮੰਨਦਾ ਹੈ, ਮੰਮੀ ਡੈਡੀ ਨੂੰ 1 ਯੂਨਿਟ ਮੰਨਦਾ ਹੈ, ਅਤੇ ਉਹਦੇ ਸਾਹਮਣੇ ਤੁਹਾਨੂੰ 1 ਯੂਨਿਟ ਬਣ ਕੇ ਹੀ ਰਹਿਣਾ। ਲੜਨਾ ਤੁਸੀਂ ਆਪਣੇ ਬੈਡਰੂਮ 'ਚ ਲੜੋ ਜੋ ਲੜਨਾ। ਸਿਆਣੇ ਵੀ ਇਹੀ ਕਹਿੰਦੇ ਆ ਵੀ ਤੁਹਾਡੀ ਲੜਾਈ ਬੈਡਰੂਮ 'ਚੋਂ ਬਾਹਰ ਨਹੀਂ ਆਉਣੀ ਚਾਹੀਦੀ। ਬਿਲਕੁਲ। ਅਤੇ ਤੁਸੀਂ ਤੁਹਾਨੂੰ ਉੱਚੀ ਨੀਚ ਹੋ ਗਈ ਆ, ਅਤੇ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਬੱਚੇ ਤੋਂ ਸਾਈਡ 'ਤੇ ਹੋ ਕੇ, ਅਤੇ ਬੱਚੇ ਦੇ ਸਾਹਮਣੇ ਫਿਰ ਥੋੜ੍ਹਾ ਡਰਾਮਾ ਕਰੋ, ਜਿਵੇਂ ਆਪਾਂ ਲੋਕਾਂ ਸਾਹਮਣੇ ਕਰਦੇ ਹਾਂ। ਲੜੇ ਹੁੰਦੇ ਹਾਂ, ਘਰੇ ਕੋਈ ਆ ਜਾਂਦਾ ਅਤੇ ਫਟਾਫਟ ਵੀ ਤਾਂ ਦਿਖਾਉਂਦੇ ਜਾ ਕੇ ਬਹੁਤ ਕਰਦੇ ਹਾਂ। ਸੋ ਤੁਹਾਨੂੰ ਆਪਣੇ ਬੱਚੇ ਨੂੰ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਰੱਬ ਦਾ ਰੂਪ ਮੰਨ ਕੇ ਵੀ ਇਹ ਛੋਟਾ ਹੈ, ਇਹਦੀ ਰਿਸਪੋਂਸੀਬਿਲਿਟੀ ਸਾਡੀ ਆ, ਅਸੀਂ ਪੈਦਾ ਕੀਤਾ ਹੈ, ਠੀਕ ਹੈ, ਅਤੇ ਸਾਨੂੰ ਇਹ ਮਿਲਿਆ ਹੈ। ਬਹੁਤ ਸਾਰੇ ਲੋਕ ਨੇ ਉਹ ਪੈਦਾ ਕਰਨਾ ਚਾਹੁੰਦੇ ਪਰ ਉਹਨਾਂ ਨੂੰ ਮਿਲਦਾ ਹੀ ਨਹੀਂ। ਪਰ ਜਿਨ੍ਹਾਂ ਨੂੰ ਮਿਲ ਚੁੱਕਾ ਹੈ ਉਹਨਾਂ ਨੂੰ ਪਹਿਲਾ ਕੰਮ ਇਹ ਕਰਨਾ ਚਾਹੀਦਾ ਕਿ ਜਿੱਥੋਂ ਤੱਕ ਹੋ ਸਕੇ ਉਹਦੇ ਸਾਹਮਣੇ 1 ਯੂਨਿਟ ਬਣ ਕੇ ਰਹੋ, ਜਿੰਨਾ ਚਿਰ ਵੀ ਹੈਗੇ ਹੋ, ਚਾਹੇ 1 ਘੰਟੇ ਵਾਸਤੇ ਇਕੱਠੇ ਹੋ, 2 ਘੰਟੇ ਵਾਸਤੇ ਇਕੱਠੇ ਹੋ, ਅਤੇ ਬੱਚੇ ਨੂੰ ਇਕੁਅਲੀ ਪਿਆਰ ਕਰੋ। ਇਹ ਸਭ ਤੋਂ ਜ਼ਰੂਰੀ ਹੈ। ਉਹਨੂੰ ਬੱਚਾ ਤੁਹਾਡੇ ਫੇਸ ਨੂੰ ਅਡਲਟ ਨਾਲੋਂ ਸੌਖਾ ਪੜ੍ਹ ਲੈਂਦਾ ਹੈ ਕਿ ਇਹ ਅਪਸੈਟ ਹੈ ਕਿ ਨਹੀਂ ਅਪਸੈਟ। ਸੋ ਇੱਕ ਤਾਂ ਇਹ ਕੰਮ ਆ ਜ਼ਰੂਰੀ। ਫਿਰ ਸਿਰਫ ਘਰ ਨਹੀਂ, ਬੱਚੇ ਨੂੰ ਤੁਹਾਨੂੰ ਬਾਹਰ ਵੀ ਲੈ ਕੇ ਜਾਣਾ ਪੈਣਾ। ਮੈਂ 1-2 ਫੈਮਿਲੀਜ਼ ਨੂੰ ਜਾਣਦਾ ਅਮਰੀਕਾ ਦੇ ਵਿੱਚ, ਮੇਰੇ ਬ੍ਰਦਰ ਦੇ ਲਾਗੇ ਰਹਿੰਦੀਆਂ। ਮੇਰਾ ਬ੍ਰਦਰ ਕਹਿੰਦਾ ਸੀ ਵੀ ਮੈਂ ਇੰਨਾ ਪੀਸਫੁਲ ਅਤੇ ਗ੍ਰੇਸਫੁਲ ਡਾਈਵੋਰਸ ਅੱਜ ਤੱਕ ਨਹੀਂ ਵੇਖਿਆ, ਅਤੇ ਬੱਚਿਆਂ ਨੂੰ ਵੀ ਨਹੀਂ ਪਤਾ ਕਿ ਸਾਡੇ ਪੇਰੈਂਟਸ ਜਿਹੜੇ ਆ ਇਹ ਆਪਸ ਦੇ ਵਿੱਚ ਇਕੱਠਾ ਨਹੀਂ ਰਹਿ ਸਕਦੇ। ਉਹਨਾਂ ਨੇ ਇੰਨਾ ਬਿਊਟੀਫੁਲ ਤਰੀਕੇ ਨਾਲ ਆਪਣੀ ਜਰਨੀ ਨੂੰ ਐਂਡ ਕੀਤਾ ਹੈ, ਬਹੁਤ ਹੀ ਵਧੀਆ ਤਰੀਕੇ ਨਾਲ। ਅਤੇ ਸੋ ਜੇ ਕਰਨਾ ਹੀ ਆ ਤਾਂ ਮੈਂ ਕਹੂੰਗਾ ਵੀ ਉਤਰਾਂ ਕਰੋ, ਠੀਕ ਹੈ ਨਾ, ਕਿ ਬੱਚੇ ਨੂੰ ਵੀ। ਅੱਛਾ, ਦੂਜੀ ਚੀਜ਼ ਜਿਹੜੀ ਆ, ਇਸ ਤੋਂ ਵੀ ਇੰਪੋਰਟੈਂਟ ਅਗਲੀ ਚੀਜ਼ ਜਿਹੜੀ ਆ, ਕਿ ਇੱਕ ਤਾਂ ਹੈਗਾ ਬੱਚਾ ਆਪਣੇ ਆਪ ਸਿਚੁਏਸ਼ਨ ਤੋਂ ਲੈ ਰਿਹਾ, ਇੱਕ ਹੈਗਾ ਤੁਸੀਂ ਉਹਦੇ ਦਿਮਾਗ 'ਚ ਕੀ ਵਾੜ ਰਹੇ। ਇੱਥੇ ਜ਼ਿਆਦਾ ਲੇਡੀਜ਼ ਅਨਨੋਇੰਗਲੀ ਕਰ ਬਹਿੰਦੀਆਂ ਇਹ ਕੰਮ, ਕਿ ਉਹ ਬੱਚੇ ਨੂੰ ਆਪਣੇ ਫਾਦਰ ਦੇ ਅਗੇਂਸਟ ਜਾਂ ਬਾਕੀ ਦੇ ਇਨਲॉज ਦੇ ਅਗੇਂਸਟ ਗੱਲਾਂ ਬਾਤਾਂ ਕਹਿਣਾ ਸ਼ੁਰੂ ਕਰ ਦਿੰਦੀਆਂ, ਕਮੈਂਟ ਮਾਰਨਾ ਸ਼ੁਰੂ ਕਰ ਦਿੰਦੀਆਂ। ਪ੍ਰੋਗਰਾਮਿੰਗ ਹੌਲੀ ਹੌਲੀ ਸਟਲ ਵਿੱਚ ਸ਼ੁਰੂ ਹੋ ਜਾਂਦੀ। ਹਾਂ, ਕਿਉਂਕਿ ਔਰਤ ਰੱਬ ਨੇ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਤਾਂ ਮਾਈਂਡ ਵੀ ਇਹ ਜ਼ਿਆਦਾ ਬੋਲਣਾ ਚਾਹੁੰਦੇ ਹੁੰਦੇ ਆ, ਇਹ ਜ਼ਿਆਦਾ ਗੱਲ ਕਰਨਾ ਚਾਹੁੰਦੇ ਹੁੰਦੇ ਆ। ਇਹ ਉਹਦੇ 'ਚੋਂ ਇਹ ਉਹ ਜਾਣਬੁੱਝ ਕੇ ਨਹੀਂ ਕਰਦੀਆਂ, ਉਹਨਾਂ ਕੋਲੋਂ ਹੋ ਜਾਂਦਾ। ਸੋ ਜਿਹੜੀ ਲੇਡੀ ਇਸ ਡਾਈਵੋਰਸ ਵਾਲੇ ਚੱਕਰ 'ਚ ਫਸੀ ਹੋਈ ਆ, ਮੈਂ ਕਹੂੰਗਾ ਕਿ ਉਹ ਥੋੜ੍ਹਾ ਜਿਹਾ ਅਵੇਅਰ ਰਹਿਣ ਕਿ ਅਸੀਂ ਆਪਣੇ ਬੱਚੇ ਨਾਲ ਜਿਹੜੀਆਂ ਵੀ ਕੋਈ ਦਿਲ ਦੀ ਪੀੜ ਆ, ਉਹ ਤੁਸੀਂ ਕਿਸੇ ਆਪਣੀ ਫਰੈਂਡ ਨਾਲ ਕਰ ਲਓ, ਆਪਣੀ ਕਿਸੇ ਹੋਰ ਭੈਣ ਭਰਾ ਨਾਲ ਕਰ ਲਓ, ਬਟ ਬੱਚੇ ਨਾਲ ਨਾ ਕਰੋ। ਬੱਚੇ ਨੂੰ ਦੂਸਰੇ ਆਪਣੇ ਸਪਾਊਸ ਬਾਰੇ ਉਹ ਜਿੰਨਾ ਮਰਜ਼ੀ ਮਾੜਾ ਹੋਵੇ, ਤੁਹਾਨੂੰ ਨਹੀਂ ਕਹਿਣਾ ਚਾਹੀਦਾ ਕਿ ਇਹ ਮਾੜਾ ਹੈ। ਕਿਉਂਕਿ ਜੇ ਮੈਂ ਤੁਹਾਨੂੰ ਅੱਜ ਮਿਲਿਆ ਅਤੇ ਮੈਂ ਤੁਹਾਨੂੰ ਕਿਸੇ ਆਪਾਂ 3rd ਬੰਦੇ ਬਾਰੇ ਗੱਲ ਕਰ ਰਹੇ ਹਾਂ, ਮੈਂ ਉਹਦੇ ਬਾਰੇ ਜੇ ਤੁਹਾਨੂੰ ਕੋਈ ਵੀ ਨੈਗੇਟਿਵ ਸਟੇਟਮੈਂਟ ਦੇ ਦਿੱਤੀ, ਜਦੋਂ ਤੁਸੀਂ ਉਹਨੂੰ ਮਿਲਣਾ ਨਾ, ਤੁਸੀਂ ਉਸ ਨੈਗੇਟਿਵ ਸਟੇਟਮੈਂਟ ਦੇ ਥਰੂ ਮਿਲਣਾ, ਤੁਹਾਡੇ ਦਿਮਾਗ 'ਚੋਂ ਰਹਿਣੀ ਆ, ਉਹ ਤੁਹਾਡਾ ਇੱਕ ਮਾਪਦੰਡ ਬਣ ਜਾਣਾ। ਸੋ ਬੱਚੇ ਦੇ ਅੰਦਰ ਵੀ ਇੱਕ ਮਾਪਦੰਡ ਬਣ ਜਾਂਦਾ, ਉਹ ਦੇਖਣਾ ਸ਼ੁਰੂ ਕਰ ਦਿੰਦਾ। ਅਤੇ ਜਦੋਂ ਕੱਲ੍ਹ ਨੂੰ ਉਹਨੇ ਵੱਡਾ ਹੋ ਕੇ ਉਹਨੂੰ ਇਹ ਸਮਝ ਲੱਗਣੀ ਹੈ ਕਿ ਨਹੀਂ ਮੇਰਾ ਬਾਪ ਸਹੀ ਸੀ ਜਾਂ ਮੇਰੀ ਮਾਂ ਸਹੀ ਸੀ ਅਤੇ ਮੇਰੇ ਦੂਜੇ ਪੇਰੈਂਟ ਨੇ ਮੈਨੂੰ ਗਲਤ ਬਿਆਨੀ ਕੀਤੀ ਹੈ ਮੇਰੇ ਨਾਲ, ਅਤੇ ਉਹ ਦੋਵੇਂ ਪਾਸੋਂ ਕੱਟਿਆ ਜਾਂਦਾ। ਉੱਧਰੋਂ ਤੋਂ ਪਹਿਲਾਂ ਹੀ ਕੱਟਿਆ ਹੁੰਦਾ, ਅਤੇ ਜਦੋਂ ਉਹਨੂੰ ਬਾਅਦ 'ਚ ਸਮਝ ਲੱਗਦੀ ਹੈ ਉਹ ਇੱਧਰ ਵੀ ਜੁੜ ਨਹੀਂ ਪਾਉਂਦਾ। ਮੰਨ ਲਿਆ, ਮੈਂ ਕਹਿੰਦਾ ਵੀ ਜੇ ਪਿਓ ਹੀ ਮੰਨ ਲਈਏ, ਪਿਓ ਬਹੁਤ ਮਾੜਾ, ਸੱਚੀ ਮੁੱਚੀ ਮਾੜਾ ਬੰਦਾ, ਸੱਚੀ ਮੁੱਚੀ ਹੋ ਸਕਦੇ ਆ, ਬਿਲਕੁਲ ਸੱਚੀ ਮੁੱਚੀ ਮਾੜਾ ਬੰਦਾ। ਪਰ ਇਸ ਗੱਲ ਦਾ ਬੱਚੇ ਨੂੰ ਉਸ ਉਮਰ 'ਚ ਜਦੋਂ ਹਾਲੇ ਇਮੈਚੋਰ ਹੈ, ਉਹਨੂੰ ਇਸ ਗੱਲ ਦਾ ਪਤਾ ਲੱਗਣਾ ਜਾਂ ਇਹ ਅਹਿਸਾਸ ਕਰਾਉਣਾ, ਉਹਦੀ ਸਿਹਤ 'ਤੇ ਕੀ ਅਸਰ ਪਾਉਂਦਾ ਹੈ? ਦੇਖੋ ਜੀ, ਗੱਲ ਉਹ ਤੁਸੀਂ ਉਹਨੂੰ ਇੱਕ ਲੈਂਸ ਦੇ ਦਿੰਦੇ ਆ ਨਵਾਂ ਵੇਖਣ ਦਾ, ਉਹ ਫਿਰ ਦੁਨੀਆ ਨੂੰ ਜਦੋਂ ਵੀ ਦੇਖੇਗਾ ਉਹ ਉਸ ਪ੍ਰਿਜ਼ਮ ਦੇ ਵਿੱਚ ਦੀ ਦੇਖੇਗਾ। ਉਹਦੀ ਜਿਹੜੀ ਖੁਦ ਦੀ ਪਰਖਣ ਦੀ ਸੋਚ ਹੈ ਉਹ ਤੁਸੀਂ ਲਿਮਿਟ ਕਰਤੀ। ਉਹ ਜੇ ਉਹਨੂੰ ਲੱਗਦਾ ਕਿ ਸ਼ਰਾਬ ਪੀਣੀ ਮਾੜੀ ਚੀਜ਼ ਆ, ਅਤੇ ਉਹ ਹਰ ਜਿਹੜਾ ਵੀ ਬੰਦੇ ਨੇ ਸ਼ਰਾਬ ਪੀਣੀ ਆ, ਉਹਨੇ ਕੰਮ ਇੱਥੋਂ ਸ਼ੁਰੂ ਕਰਨਾ, ਨਹੀਂ ਜੀ ਤੇ ਸ਼ਰਾਬ ਪੀਂਦਾ ਤਾਂ ਬੰਦਾ ਮਾੜਾ। ਸੋ ਉਹਦੇ ਲਈ ਇੱਕ ਮਾਪਦੰਡ ਬਣ ਜਾਣਾ, ਉਹਨੂੰ ਵੱਖਰਾ ਨਹੀਂ ਕਰ ਪਾਊਗਾ ਬਾਅਦ ਦੇ ਵਿੱਚ। ਉਹਨੂੰ ਬਹੁਤ ਦੇਰ ਬਾਅਦ ਸਮਝ ਲੱਗਣੀ ਹੈ ਕਿ ਯਾਰ ਸਾਰੇ ਸ਼ਰਾਬੀ ਵੀ ਖਰਾਬ ਨਹੀਂ ਹੁੰਦੇ, ਸ਼ਰਾਬ ਪੀਣ ਦਾ ਤਰੀਕਾ ਵੀ ਵੱਖਰਾ ਹੋ ਸਕਦਾ। ਉਹ ਵਿਜ਼ਡਮ ਨਹੀਂ ਉਹਦੇ 'ਚ ਆਉਣੀ, ਕਿਉਂਕਿ ਤੁਸੀਂ ਉਹਦੇ 'ਚ ਕੱਟ ਲਾ ਦਿੰਦੇ ਹੋ, ਪਹਿਲਾਂ ਹੀ ਲਾ ਦਿੰਦੇ ਹੋ ਕੱਟ।
ਇਹ ਚੀਜ਼ ਇਹ ਬਹੁਤ ਉਹਦੀ ਮੈਂਟਲ ਡਿਵੈਲਪਮੈਂਟ ਨੂੰ ਬਹੁਤ ਖਰਾਬ ਕਰਦੀ ਹੈ। ਇਹ ਸਾਡੀ ਕਮਿਊਨਿਟੀ 'ਚ ਬਹੁਤ ਗੰਭੀਰ ਇਸ਼ੂਜ਼ ਨੇ, ਇਹਨਾਂ ਤੇ ਥੋੜ੍ਹਾ ਹੋਰ ਗੱਲਬਾਤ ਅਸੀਂ ਕਰਦੇ ਹਾਂ। ਇੱਕ ਮੈਂ ਮੈਸੇਜ ਦੋਸਤਾਂ ਨਾਲ ਸ਼ੇਅਰ ਕਰਨਾ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ, ਤੇ ਗੱਲਬਾਤ ਅਸੀਂ ਕਰ ਰਹੇ ਹਾਂ ਬੱਚਿਆਂ ਦੀ ਗਰੋਥ ਤੇ, ਉਹਨਾਂ ਦੀ ਮੈਂਟਲ ਫਿਜ਼ੀਕਲ ਹੈਲਥ ਤੇ ਇਸ ਗੱਲ ਦਾ ਕੀ ਅਸਰ ਪੈਂਦਾ ਜਦੋਂ ਮੀਆਂ ਬੀਵੀ 'ਚ ਆਪਸ 'ਚ ਸੰਬੰਧ ਬਹੁਤ ਗ੍ਰੇਟ ਨਾ ਹੋਣ, ਆਪਸ 'ਚ ਖੜਕਾ ਦੜਕਾ ਚੱਲ ਰਿਹਾ ਹੋਏ ਜਾਂ ਕਹਾਣੀ ਜ਼ਿਆਦਾ ਵਿਗੜ ਰਹੀ ਹੋਏ। ਇਹ ਕਿਵੇਂ ਬੱਚਿਆਂ ਦੀ ਸਿਹਤ 'ਤੇ ਅਸਰ ਪਾਉਂਦੀ ਹੈ, ਉਹਨਾਂ ਦੀ ਗਰੋਥ 'ਤੇ, ਉਹਨਾਂ ਦੀਆਂ ਪਰਸਨੈਲਿਟੀਜ਼ ਦੀ ਗਰੋਥ 'ਤੇ ਕੀ ਅਸਰ ਪਾਉਂਦੀ, ਅਤੇ ਕਿਵੇਂ ਅਸੀਂ ਇਸ ਨੂੰ ਮਿਨੀਮਾਈਜ਼ ਕਰ ਸਕਦੇ ਹਾਂ, ਇਹ ਜਿਹੜਾ ਨੁਕਸਾਨ ਹੁੰਦਾ ਹੈ। ਡਾਕਟਰ ਬਰਜਿੰਦਰ ਚੀਮਾ ਸਾਡੇ ਨਾਲ ਸਟੂਡੀਓ 'ਚ ਨੇ। ਡਾਕਟਰ ਚੀਮਾ, ਗੱਲ ਜਿਵੇਂ ਤੁਸੀਂ ਕਰ ਰਹੇ ਸੀ, ਗੱਲ ਤਾਂ ਇਸ ਐਕਸਟਰੀਮ ਹੱਦ ਤੱਕ ਚਲੇ ਜਾਂਦੀ ਹੈ। ਇਹ ਕਿਸੇ ਵੇਲੇ ਕਿਸੇ ਸਿਚੁਏਸ਼ਨ 'ਚ ਇਹ ਫਾਦਰ ਵੀ ਹੋ ਸਕਦਾ, ਕਿਸੇ ਬਹੁਤੀਆਂ ਕੇਸਿਸ 'ਚ ਮਦਰਸ ਹੁੰਦੀਆਂ ਨੇ ਕਿ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ, ਜਾਂ ਜਿਹੜੇ ਵੀ ਪਾਰਟਨਰ ਦੇ ਕਬਜ਼ੇ 'ਚ ਬੱਚੇ ਨੇ, ਜਾਂ ਜਿਹੜਾ ਕੋਈ ਵੀ ਪਾਰਟਨਰ ਹੈ, ਉਹ ਇਹ ਕੋਸ਼ਿਸ਼ ਕਰਦਾ ਵੀ ਕਿਵੇਂ ਨਾ ਕਿਵੇਂ ਅਸੀਂ ਜਿਹੜਾ ਦੂਸਰਾ ਪਾਰਟਨਰ ਹੈ ਉਹਦਾ ਇਮੇਜ ਬੱਚੇ ਦੇ ਮਨ 'ਚ ਖਰਾਬ ਕਰੀਏ। ਹਾਂਜੀ, ਬਿਲਕੁਲ। ਸੋ ਇੱਕ ਜਿਹੜਾ ਬੱਚਾ ਹੈ ਉਹਦੇ ਲਈ, ਜਿਵੇਂ ਤੁਸੀਂ ਕਿਹਾ, ਉਹਦੇ ਲਈ ਤਾਂ ਦੋਵੇਂ ਜ਼ਰੂਰੀ ਨੇ। ਜੇ ਇੱਕ ਛੋਟਾ ਬੱਚਾ ਉਹ ਆਪਣੀ ਮਾਂ ਨੂੰ ਨਫ਼ਰਤ ਕਰਦਾ ਵੱਡਾ ਹੋ ਰਿਹਾ ਹੈ, ਜਾਂ ਆਪਣੇ ਪਿਓ ਨੂੰ ਨਫ਼ਰਤ ਕਰਦਾ ਵੱਡਾ ਹੋ ਰਿਹਾ, ਇਹ ਉਹਦੀ ਜਦੋਂ ਗਰੋਥ ਇੱਕ ਬੈਲੈਂਸਡ ਪਰਸਨੈਲਿਟੀ ਦੇ ਤੌਰ 'ਤੇ ਇਹ ਹੋਣ 'ਚ, ਉਹਦੇ 'ਚ ਇਹ ਕਿਸ ਤਰ੍ਹਾਂ ਦਾ ਨੁਕਸਾਨ ਕਰਦੀ ਇਹ ਚੀਜ਼? ਹਾਂਜੀ, ਉਹਦੀ ਮੈਂ ਐਗਜ਼ਾਮਪਲ ਪਹਿਲਾਂ ਤੁਹਾਨੂੰ ਦੇ ਦਿੰਦਾ। ਇਹ ਮੇਰਾ ਖਿਆਲ ਔਰਤਾਂ ਇਸ ਗੱਲ ਨੂੰ ਸਮਝ ਲੈਣਗੀਆਂ। ਜਿਹੜੀਆਂ ਕੁੜੀਆਂ ਨਾਲ ਸੈਕਸ਼ੂਅਲ ਅਬਿਊਜ਼ ਹੁੰਦਾ ਹੈ ਛੋਟੀ ਉਮਰ ਦੇ ਵਿੱਚ, ਜੇ ਤੁਸੀਂ ਉਹਨਾਂ ਨੂੰ ਸਟੱਡੀ ਕਰੋ, ਚਾਹੇ ਇੱਕ ਵਾਰ ਹੋਇਆ ਹੋਵੇ ਸਿਰਫ, ਉਹ ਜਦੋਂ ਉਹ ਤਾਂ ਉਮਰ ਉਹਨਾਂ ਦੇ ਦਿਲ 'ਚੋਂ ਨਹੀਂ ਨਿਕਲਦੀ ਗੱਲ, ਅਤੇ ਜਦੋਂ ਉਹਨਾਂ ਦਾ ਵਿਆਹ ਵੀ ਹੋ ਜਾਂਦਾ, ਅਗਰ ਉਹਨਾਂ ਦਾ ਹਸਬੈਂਡ ਬਹੁਤ ਕੇਅਰਿੰਗ, ਬਹੁਤ ਅਕਮੋਡੇਟਿੰਗ ਵੀ ਹੋਵੇ, ਫਿਰ ਵੀ ਉਹ ਔਰਤ ਹੈ ਉਹ ਉਹਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਣ ਲੱਗਿਆਂ ਉਹਨੂੰ ਉਹ ਸਾਰੀ ਰਿਵਾਈਂਡ ਉਹਦੇ ਦਿਮਾਗ ਦੇ ਵਿੱਚ ਦੁਬਾਰਾ ਹੁੰਦੀ। ਔਰ ਇਹਨਾਂ ਦੀ ਬਾਅਦ 'ਚ ਪ੍ਰੋਬਲਮ ਹੀ ਇਹ ਹੁੰਦੀ ਹੈ ਕਿ ਉਹ ਆਪਣਾ ਮੈਰਿਟਲ ਰਿਲੇਸ਼ਨ ਕਈ ਵਾਰੀ ਇਸ ਕਰਕੇ ਮੇਨਟੇਨ ਨਹੀਂ ਕਰ ਪਾਉਂਦੇ, ਕਿਉਂਕਿ ਉਹਨਾਂ ਦੇ ਅੰਦਰ ਉਹ ਜਿਹੜੀ ਪੀੜ ਆ ਥੱਲੇ ਬੈਠੀ, ਹਾਲਾਂਕਿ ਉਹਨਾਂ 'ਚ ਕੋਈ ਕਸੂਰ ਨਹੀਂ ਹੁੰਦਾ ਉਹਨਾਂ ਦਾ, ਬਟ ਜਿਹੜਾ ਇੰਪਰੈਸ਼ਨ ਉਹਨਾਂ ਦੇ ਮਾਈਂਡ 'ਤੇ ਚਲਾ ਜਾਂਦਾ ਵਾ, ਉਹ ਉਹਨਾਂ ਨੂੰ ਜਗ੍ਹਾ ਜਗ੍ਹਾ ਕੇ ਤੰਗ ਕਰਦਾ। ਇਸੇ ਤਰ੍ਹਾਂ ਬੱਚਿਆਂ ਦੇ ਵਿੱਚ ਜਦੋਂ ਪੇਨ ਬੋਡੀ, ਇਹਨੂੰ ਅਸੀਂ ਕਹਿੰਦੇ ਪੇਨ ਬੋਡੀ, ਕਿ ਉਹਨਾਂ ਦੇ ਅੰਦਰ ਇੱਕ ਪੀੜ ਦੀ ਗੰਢ ਵੱਜ ਜਾਂਦੀ ਹੈ। ਹੁਣ ਇਹ ਗੰਢ ਜਿਹੜੀ ਆ ਕਿਸੇ ਵੇਲੇ ਵੀ ਛਿੜ ਜਾਂਦੀ। ਹੁਣ ਜਿਵੇਂ ਮੰਨ ਲਓ ਕਿ ਬਾਪ ਬਹੁਤ ਦਬਕੇ ਮਾਰਦਾ ਸੀ, ਜਾਂ ਉੱਚੀ ਬੋਲਦਾ ਸੀ, ਜਾਂ ਮਾਂ ਬਹੁਤ ਕੁੱਟਦੀ ਸੀ, ਜਿੱਦਾਂ ਵੀ ਆ, ਉਹ ਜਦੋਂ ਵੀ ਇਹੋ ਜਿਹੀ ਸਿਚੁਏਸ਼ਨ ਨਾਲ ਰਲਦੀ ਮਿਲਦੀ ਕੋਈ ਚੀਜ਼ ਉਹਦੇ ਸਾਹਮਣੇ ਆਏਗੀ, ਕੋਈ ਉੱਚੀ ਆਵਾਜ਼, ਕਿਸੇ ਨੇ ਕੁਛ ਕਹਿ ਦਿੱਤਾ, ਜਾਂ ਕੋਈ ਖਬਰ ਸੁਣ ਲਈ, ਕੋਈ ਨਿਊਜ਼ ਸੁਣ ਲਈ, ਉਹਨੇ ਉਸੇ ਵੇਲੇ ਉਹਦੇ ਪਿੱਛੇ ਫਲੈਸ਼ਬੈਕ ਹੁੰਦੀ ਹੈ, ਔਰ ਉਸ ਤੋਂ ਮੁਕਤ ਨਹੀਂ ਹੋ ਪਾਉਂਦੇ। ਮੈਂ ਜਿਹੜੀ ਐਗਜ਼ਾਮਪਲ ਆਪਣੇ ਬ੍ਰਦਰ ਦੀ ਦੱਸਣ ਲੱਗਾ ਸੀਗਾ, ਉਹਦੀ ਮਦਰ, ਉਹਦਾ ਬੇਬੀ, ਉਹਦਾ ਮੁੰਡਾ ਉਹਦੀ ਮੰਮੀ ਨੂੰ ਕਹਿੰਦੀ ਆ ਕਿ ਉਹਦਾ ਬੇਟਾ ਨੂੰ ਪੁੱਛਦਾ ਹੈ ਜਦੋਂ ਥੋੜ੍ਹਾ ਵੱਡਾ ਹੋ ਜਾਂਦਾ ਕਿ ਤੁਸੀਂ ਇਕੱਠੇ ਕਿਉਂ ਨਹੀਂ ਰਹਿੰਦੇ। ਉਹਦੀ ਮਦਰ ਦਾ ਜਵਾਬ ਇਹ ਸੀ ਕਿ ਬੇਟੇ ਤੇਰੇ ਫਾਦਰ ਬਹੁਤ ਨਾਈਸ ਆ, ਬਹੁਤ ਵਧੀਆ ਬੰਦੇ ਆ, ਬਟ ਸ਼ਾਇਦ ਮੈਨੂੰ ਹੀ ਉਹਨਾਂ ਦੀ ਸਮਝ ਨਹੀਂ ਲੱਗਦੀ, ਸੋ ਮੈਂ ਇਹਨੂੰ ਹਰਟ ਨਹੀਂ ਕਰਨਾ ਚਾਹੁੰਦੀ, ਸੋ ਇਸ ਕਰਕੇ ਮੈਂ ਪਾਸੇ ਹੋ ਗਈ ਹਾਂ। ਜੇ ਮੈਂ ਨਾਲ ਰਹੂੰਗੀ ਤੇ ਉਹ ਕਹਿੰਦਾ ਨਹੀਂ ਮਮਾ ਯੂ ਆਰ ਆਲਸੋ ਵੈਰੀ ਨਾਈਸ। ਉਹ ਕਹਿੰਦੇ ਨਹੀਂ ਤੈਨੂੰ ਲੱਗਦਾ ਹੋਊਗਾ ਮੈਂ ਨਾਈਸ ਆ, ਪਰ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਨਹੀਂ ਕਰ ਪਾ ਰਹੀ। ਅੱਛਾ, ਉਹਨੇ ਸਵਾਲ ਆਪਣੇ ਫਾਦਰ ਨੂੰ ਪੁੱਛਿਆ, ਉਹਦੇ ਫਾਦਰ ਨੇ ਵੀ ਸੇਮ ਸਟੇਟਮੈਂਟ ਦਿੱਤੀ ਕਿ ਯੂਰ ਮਦਰ ਇਜ਼ ਵੈਰੀ ਨਾਈਸ, ਬਹੁਤ ਪਿਆਰੀ ਹੈ, ਬਹੁਤ ਲਵਿੰਗ, ਉਹਨੇ ਮੇਰਾ ਬੜਾ ਧਿਆਨ ਰੱਖਿਆ, ਬਟ ਕਈ ਡਿਫਰੈਂਸਿਸ ਹੈਗੇ ਸਾਡੇ ਨਾ, ਸਾਨੂੰ ਮੁਸ਼ਕਿਲ ਆ ਰਹੀ ਹੈ ਅਤੇ ਅਸੀਂ ਇਸ ਲਈ ਕੀਤਾ। ਪਰ ਉਹ ਬੱਚੇ ਕਈ ਇਹ ਸਮਝ ਲੈਂਦੇ ਆ ਕਿ ਲੜਾਈ ਸਾਡੇ ਕਰਕੇ ਹੋ ਰਹੀ ਹੈ। ਉਹ ਦੋਸ਼ੀ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਛੋਟੇ ਬੱਚੇ ਕਿ ਸ਼ਾਇਦ ਮੰਮੀ ਡੈਡੀ ਲੜ ਰਹੇ ਆ ਨਾ, ਮੈਂ ਕੁਛ ਗਲਤ ਕਰਤਾ। ਕਿਉਂਕਿ ਬੱਚਾ ਕੁਛ ਨਿੱਕੀ ਜਿਹੀ ਗਲਤੀ ਕਰਦਾ ਵਾ, ਗੁੱਸਾ ਕਿਸੇ ਹੋਰ ਗੱਲ 'ਤੇ ਚੜਿਆ ਹੁੰਦਾ, ਝਿੜਕ ਉਹਨੂੰ ਪੈ ਜਾਂਦੀ, ਉਸ ਤੋਂ ਬਾਅਦ ਲੜਾਈ ਵੱਧ ਜਾਂਦੀ ਹੈ। ਬੱਚਾ ਇਹ ਸਮਝਦਾ ਹੈ ਕਿ ਜਿਹੜੀ ਲੜਾਈ ਹੋ ਰਹੀ ਹੈ ਉਹ ਮੇਰੇ ਕਰਕੇ ਹੋ ਰਹੀ। ਅਤੇ ਜੇ ਅੱਛਾ, ਉਹ ਉਸ ਬੱਚੇ ਨਾਲ ਜਿਹੜੀ ਗੱਲ ਉਹਨਾਂ ਨੇ ਦੱਸੀ ਵੀ, ਉਹ ਕਹਿੰਦੇ ਵੀ ਉਹਨੇ ਪੁੱਛਿਆ ਕਿ ਕੀ ਤੁਹਾਡਾ ਜਿਹੜਾ, ਕਿਉਂਕਿ ਉਹ ਹੁਣ ਵੱਡਾ ਸੀ, ਉਹ ਵੀ ਆਪਣੇ ਆਪ ਤੋਂ ਇੰਟਰਨੈਟ ਤੋਂ ਪੜ੍ਹਦਾ ਰਹਿੰਦਾ ਸੀ ਵੀ ਮੇਰੇ ਕਰਕੇ ਤਾਂ ਨਹੀਂ ਤੁਹਾਡੀਆਂ ਪ੍ਰੋਬਲਮਸ ਆਈਆਂ, ਮੈਂ ਤੁਹਾਡੀਆਂ ਫੋਟੋਆਂ ਦੇਖਦਾ, ਤੁਸੀਂ ਹਨੀਮੂਨ 'ਤੇ ਉੱਥੇ ਗਏ, ਤੁਸੀਂ ਬੜੇ ਵਧੀਆ। ਉਹਨਾਂ ਨੇ ਕਿਹਾ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਗੀ, ਕੋਈ ਵੀ ਰਿਲੇਸ਼ਨਸ਼ਿਪ ਆ ਜਦੋਂ ਆਪਾਂ ਥੋੜ੍ਹਾ ਜ਼ਿਆਦਾ ਟਾਈਮ ਸਪੈਂਡ ਕਰਦੇ ਹਾਂ ਅਤੇ ਕਈ ਵਾਰੀ 'ਚ ਮੁਸ਼ਕਿਲਾਂ ਆ ਜਾਂਦੀਆਂ। ਸੋ ਮੇਰੀ ਪੇਰੈਂਟਸ ਨੂੰ ਇਹੀ ਸਲਾਹ ਆ ਕਿ ਤੁਸੀਂ ਕਰਨਾ ਹੈ ਡਿਵੋਰਸ ਕਰੋ, ਠੀਕ ਹੈ, ਲੜਨਾ ਲੜੋ, ਬਟ ਜੇ ਤੁਸੀਂ ਬੱਚਾ ਪੈਦਾ ਕਰ ਚੁੱਕੇ ਹੋ ਅਤੇ ਘੱਟੋ ਘੱਟ ਉਹਦੇ ਸਾਹਮਣੇ ਯੂਨਿਟ ਬਣ ਕੇ ਰਹੋ, ਨੰਬਰ 1। ਨੰਬਰ 2, ਉਹਦੇ 'ਚ ਇਹ ਅਹਿਸਾਸ ਨਾ ਆਉਣ ਦਿਓ ਕਿ ਲੜਾਈ ਉਹਦੇ ਕਰਕੇ ਹੋ ਰਹੀ,
ਉਹਦੇ ਨਾਲ ਗੱਲਬਾਤ ਕਰਦੇ ਰਹੋ, ਜਾਰੀ ਰੱਖੋ। ਮਾਂ ਦੀ ਜ਼ਿੰਮੇਵਾਰੀ ਜ਼ਿਆਦਾ ਮੈਂ ਫਿਰ ਕਹੂੰਗਾ, ਕਿਉਂਕਿ ਮਦਰ ਦਾ ਜਿਹੜਾ ਬ੍ਰੇਨ ਹੁੰਦਾ ਆ ਉਹ ਪ੍ਰੋਬਲਮ ਸੋਲਵਿੰਗ ਓਰੀਐਂਟਡ ਹੁੰਦਾ ਹੈ, ਅਤੇ ਬੰਦੇ ਦਾ ਮਾਈਂਡ ਲੜਾਈ ਓਰੀਐਂਟਡ ਹੁੰਦਾ ਹੈ। ਬੰਦਾ ਲੜਦਾ ਹੀ ਆ, ਲੇਡੀ ਲੜਦੀ ਨਹੀਂ ਗੀ। ਲੇਡੀ ਹਮੇਸ਼ਾ ਪ੍ਰੋਬਲਮ ਨੂੰ ਸੋਲਵ ਕਰਨਾ ਚਾਹੁੰਦੀ ਆ, ਬਟ ਕਈ ਵਾਰੀ ਉਹਦੇ ਕੋਲ ਸੋਲਵ ਕਰਨ ਦਾ ਤਰੀਕਾ ਨਹੀਂ ਉਹਨੂੰ ਸਹੀ ਲੱਭਦਾ। ਲੱਗ ਇਹ ਰਹਿੰਦਾ ਕਿ ਵਧਾ ਰਹੀ ਹੈ ਪ੍ਰੋਬਲਮ, ਬਟ ਨਹੀਂ, ਪ੍ਰੋਬਲਮ ਨੂੰ ਵਧਾਉਣ ਦੀ ਕੋਸ਼ਿਸ਼ ਉਹਦੀ ਕਦੀ ਨਹੀਂ ਹੁੰਦੀ, ਕਦੀ ਵੀ ਨਹੀਂ ਹੁੰਦੀ। ਜਿੰਨੀ ਮਰਜ਼ੀ ਜਿਵੇਂ ਦੀ ਮਰਜ਼ੀ ਉਹ ਹੋਵੇ, ਉਹਦਾ ਮਤਲਬ ਇਹੀ ਹੁੰਦਾ ਕਿ ਪ੍ਰੋਬਲਮ ਨੂੰ ਸੋਲਵ ਕੀਤਾ ਜਾਏ। ਪਰ ਉਹ ਤਰੀਕਾ ਕਈ ਵਾਰ ਉਹ ਆਪ ਕਨਫਿਊਜ਼ ਹੁੰਦੇ ਆ, ਉਹਨਾਂ ਤੋਂ ਨਹੀਂ ਲਿਆ ਜਾਂਦਾ ਐਗਜ਼ੈਕਟ ਤਰੀਕਾ, ਬਟ ਉਹਦੀ ਕੋਸ਼ਿਸ਼ ਆਪਣੀ ਪਰਿਵਾਰ ਨੂੰ, ਹਸਬੈਂਡ ਨੂੰ, ਬੱਚੇ ਨੂੰ ਅਤੇ ਆਪਦੇ ਨਾਲ ਰਿਲੇਟਡ ਪ੍ਰੋਬਲਮ ਨੂੰ ਸੋਲਵ ਕਰਨ ਦੀ ਹੀ ਹੁੰਦੀ ਹੈ। ਸੋ ਮਦਰ ਬੱਚਾ ਵੀ ਜਦੋਂ ਵੀ ਕੋਈ ਵੀ ਉਹਦੀ ਲਾਈਫ 'ਚ ਕੋਈ ਇੰਸੀਡੈਂਸ ਆਉਂਦਾ ਛੋਟੇ ਬੱਚੇ 'ਚ, ਤਾਂ ਸਭ ਤੋਂ ਪਹਿਲਾਂ ਮਾਂ ਦਾ ਚਿਹਰਾ ਹੀ ਦੇਖਦਾ ਹੈ। ਇਹ ਕੁਦਰਤੀ ਆ। ਜੇ ਉਹਨੂੰ ਆਵਾਜ਼ ਸੁਣੀ, ਖੜਕਾ ਸੁਣਿਆ, ਅਤੇ ਉਹਨੇ ਸਭ ਤੋਂ ਪਹਿਲਾਂ ਆਪਣੀ ਮਾਂ ਵੱਲ ਦੀ ਸ਼ਕਲ ਵੱਲ ਦੇਖਣਾ। ਜੇ ਮਦਰ ਦੇ ਸ਼ਕਲ ਦੇ ਉੱਤੇ ਚਿੰਤਾ ਆ, ਅਤੇ ਉਹਦੇ ਦਿਮਾਗ 'ਚ ਉਹ ਆਵਾਜ਼ ਦਾ ਇੰਪਰੈਸ਼ਨ ਐਜ਼ ਏ ਚਿੰਤਾ ਰਜਿਸਟਰ ਹੋ ਜਾਣਾ ਵਾ ਫੋਰਐਵਰ। ਜੇ ਉਹਦੀ ਮਾਂ ਦੇ ਮੂੰਹ ਦੇ ਉੱਤੇ ਬਿਲਕੁਲ ਵੀ ਕੋਈ ਚਿੰਤਾ ਵਾਲਾ ਇੰਪਰੈਸ਼ਨ ਨਹੀਂ ਹੈ, ਸਗੋਂ ਦਲੇਰੀ ਵਾਲਾ ਇੰਪਰੈਸ਼ਨ ਹੈ, ਅਤੇ ਇਸ ਬੱਚੇ ਨੇ ਦਲੇਰ ਬਣ ਜਾਣਾ। ਸੋ ਉਹ ਮਦਰ ਦੇ ਮੂੰਹ ਵੱਲ ਦੇਖਦੇ ਆ, ਉਹ ਮਦਰ ਵੱਲ ਹੀ ਦੇਖਦੇ ਆ। ਇਹ ਕੁਦਰਤੀ ਆ। ਸੋ ਮਦਰ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਆ ਕਿ ਜੇ ਫਾਦਰ ਅਬਿਊਸਿਵ ਹੈ, ਫਾਦਰ ਨਹੀਂ ਗੱਲ ਸਮਝਦਾ, ਅਤੇ ਮਦਰ ਇਸ ਤਰੀਕੇ ਨਾਲ ਬੱਚੇ ਨਾਲ ਵਿਚਰੇ ਕਿ ਬੱਚੇ ਨੂੰ ਕੱਲ੍ਹ ਨੂੰ ਇਹ ਨਾ ਲੱਗੇ ਕਿ ਮੇਰੀ ਮਾਂ ਨੇ ਮੇਰੇ ਪਿਓ ਦੇ ਅਗੇਂਸਟ ਮੈਨੂੰ ਤਿਆਰ ਕੀਤਾ। ਇਹ ਨਾ ਨੂੰ ਕਦੀ ਹੋਵੇ। ਬਿਲਕੁਲ। ਅਤੇ ਗੱਲਬਾਤ ਸਾਡੀ ਜਾਰੀ ਹੈ ਜੀ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ। ਮੀਆਂ ਬੀਵੀ ਦਾ ਆਪਸੀ ਰਿਸ਼ਤਾ ਜੇ ਚੰਗਾ ਨਹੀਂ ਹੈ, ਜੇ ਉਹਦੇ 'ਚ ਟਰਬਲਸ ਨੇ, ਬਹੁਤ ਸਾਰੇ ਕੇਸਾਂ 'ਚ ਟਰਬਲਸ ਹੋ ਸਕਦੀਆਂ ਨੇ। ਦੋ ਅਲੱਗ ਪਰਸਨੈਲਿਟੀਜ਼ ਨੇ, ਉਹ ਆਪਸ 'ਚ ਉਹਨਾਂ 'ਚ ਉਨੀ ਸਹਿਜ ਨਾਲ ਹੋ ਸਕਦਾ ਗੱਡੀ ਨਾ ਚੱਲ ਰਹੀ ਹੋਏ, ਅਤੇ ਉਹਨਾਂ ਦੇ ਰਸਤੇ ਅਲੱਗ ਵੀ ਹੋ ਸਕਦੇ ਨੇ। ਪਰ ਇਹ ਚੀਜ਼ ਬੱਚਿਆਂ ਨੂੰ ਨੈਗੇਟਿਵਲੀ ਇੰਪੈਕਟ ਨਾ ਕਰੇ, ਇਹਦੇ ਵਾਸਤੇ ਕੀ ਕਰ ਸਕਦੇ ਨੇ ਪੈਰੈਂਟਸ? ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਇਹ ਚੇਤਾਵਨੀ ਹੈ ਕਿਸਮ ਦੀ, ਕਿਉਂਕਿ ਇਹਦੇ 'ਚ ਜੇ ਅਣਗਹਿਲੀ ਹੋ ਗਈ ਤਾਂ ਉਹਦਾ ਅਸਰ ਬਹੁਤ ਦੂਰ ਤੱਕ ਜਾਏਗਾ, ਜਿਹੜਾ ਤੁਸੀਂ ਫਿਰ ਵਾਪਸ ਨਹੀਂ ਲੈ ਸਕਦੇ। ਅਤੇ ਡਾਕਟਰ ਬਰਜਿੰਦਰ ਚੀਮਾ ਇਹਨਾਂ ਹੀ ਸਵਾਲਾਂ 'ਤੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਮੇਰਾ ਖਿਆਲ ਹੈ ਕਾਫੀ ਤੁਸੀਂ ਜ਼ੋਰ ਨਾਲ ਇਹ ਗੱਲ 'ਤੇ ਕਹਿ ਦਿੱਤੀ ਆ ਕਿ ਇਸ ਚੀਜ਼ ਇਹਦਾ ਅਸਰ ਫਿਰ ਬਹੁਤ ਦੂਰ ਤੱਕ ਜਾਏਗਾ ਜੇ ਇਸ ਚੀਜ਼ ਨੂੰ ਨਾ ਸਮਝਿਆ। ਥੋੜ੍ਹਾ ਜਿਹਾ ਨਾਲ ਕੁਛ ਇੱਕ ਦੋ ਕੁਐਸਚਨ ਵੀ ਆ ਰਹੇ ਨੇ, ਮੇਰੇ ਖਿਆਲ ਉਹ ਵੀ ਇਸ ਗੱਲਬਾਤ ਦਾ ਹੀ ਹਿੱਸਾ ਬਣਦੇ ਨੇ ਕਿ ਜਿਵੇਂ ਬੱਚਾ ਵੱਡਾ ਹੋ ਗਿਆ 8 ਸਾਲ ਦਾ, ਅਤੇ ਉਹ ਉਸ ਵੇਲੇ ਨਵਾਂ ਜਿਹੜਾ ਬੱਚਾ ਆ ਰਿਹਾ, ਹਾਂਜੀ, ਉਸ 'ਤੇ ਕਿਵੇਂ ਅਸਰ ਹੋਏਗਾ ਉਹਦੇ 'ਚ? ਇਸ ਤਰ੍ਹਾਂ ਸ਼ਮੀਲ ਜੀ, 8 ਸਾਲ ਦਾ ਵੈਸੇ ਗੈਪ ਜ਼ਿਆਦਾ ਆ। ਨੋਰਮਲੀ 3 ਤੋਂ 5 ਦਾ ਚਾਹੀਦਾ। ਇਸ ਤੋਂ ਜ਼ਿਆਦਾ ਮੁਸ਼ਕਿਲਾਂ ਵੱਧਣੀਆਂ ਸ਼ੁਰੂ ਹੋ ਜਾਂਦੀਆਂ, ਕਿਉਂਕਿ 2 ਮੁਸ਼ਕਿਲਾਂ ਹੁੰਦੀਆਂ 8 ਸਾਲ ਦੇ ਬੱਚੇ ਨੂੰ। ਇੱਕ ਤਾਂ ਜਿਹੜਾ ਛੋਟਾ ਬੱਚਾ ਨਵਾਂ ਆ ਰਿਹਾ, ਇਹ ਉਹਦੀ ਕੰਪਨੀ ਕਦੀ ਨਹੀਂ ਬਣਦਾ, ਕਿਉਂਕਿ ਉਹਦੇ ਇੰਟਰਸਟ ਬਦਲ ਜਾਂਦੇ ਆ, ਉਹ ਉਹਦੇ ਨਾਲ ਕਦੀ ਨਹੀਂ ਖੇਡਦਾ। ਇਹ ਘਰ ਦੇ ਵੀ ਬਾਅਦ 'ਚ ਫੀਲ ਕਰਦੇ ਵੀ ਵੱਡਾ ਤਾਂ ਬਿਲਕੁਲ, ਜਾਂ ਕੁੜਾ ਜਾਂ ਮੁੰਡਾ ਜਿਹੜੀ ਵੀ ਹੈ, ਉਹਨੇ ਇਹਦੇ ਨਾਲ ਬਹੁਤਾ ਚਿਰ ਨਹੀਂ ਖੇਡਣਾ। ਦੂਸਰੀ ਪ੍ਰੋਬਲਮ ਜਿਹੜੀ ਆਉਂਦੀ ਉਸ ਕਹਿੰਦੇ ਸਿਬਲਿੰਗ ਰਵੈਲਰੀ। ਹੁਣ ਇਸ ਬੱਚੇ ਨੂੰ ਜਿਹੜਾ ਪਿਆਰ ਮੁਹੱਬਤ ਮਿਲਿਆ, ਉਹ ਤਾਂ ਇਹਨੇ ਤੇ ਨਹੀਂ ਨਾ ਦੇਖਿਆ। ਹੁਣ ਜਿਹੜਾ ਨਵਾਂ ਆਉਣਾ ਨਾ, ਉਹਨੂੰ ਸਾਰਿਆਂ ਨੇ ਚੁੱਕਣਾ ਹੈ, ਚੁੰਮਣਾ ਹੈ, ਸਭ ਨੇ ਕਹਿਣਾ ਬੜਾ ਸੋਹਣਾ, ਬੜਾ ਸੋਹਣਾ। ਇਹ ਦੂਰੋਂ ਦੇਖਦੇ ਆ ਵੀ ਯਾਰ ਜਦੋਂ ਦਾ ਇਹ ਆਇਆ ਨਾ, ਸਾਰਾ ਫੋਕਸ ਉਹਦੇ 'ਤੇ ਆ, ਅਤੇ ਮੈਨੂੰ ਨਹੀਂ ਕੋਈ ਪੁੱਛਦਾ। ਉਹਨਾਂ ਦੇ ਅੰਦਰ ਇਹਨੂੰ ਕਹਿੰਦੇ ਸਿਬਲਿੰਗ ਰਵੈਲਰੀ। ਉਹ ਅੰਦਰੋਂ ਗੁੱਸਾ ਕਰਨ ਲੱਗ ਜਾਂਦੇ ਆ ਪੇਰੈਂਟਸ ਦੇ ਨਾਲ। ਉਹਨੂੰ ਲੱਗਦਾ ਕਿ ਇਸ ਬੱਚੇ ਨੇ ਮੇਰੇ ਪੇਰੈਂਟਸ ਮੇਰੇ ਕੋਲੋਂ ਖੋਹ ਲਿਆ। ਉਹ ਫਿਰ ਕਈ ਵਾਰੀ ਅਬਿਊਸਿਵ ਹੋ ਜਾਂਦੇ ਆ, ਬੱਚਿਆਂ ਨੂੰ ਮਾਰਦੇ ਵੀ ਆ। ਛੋਟੇ ਬੱਚੇ ਵੀ ਮਾਰਦੇ ਨਵੇਂ ਬੱਚੇ ਨੂੰ, ਕਈ ਵਾਰੀ ਚੁੰਡੀਆਂ ਵੜਤੀਆਂ, ਰਵਾਤਾ, ਫਿਰ ਖੁਸ਼ ਹੁੰਦੇ ਆ ਰਵਾ ਕੇ। ਸੋ ਇਹਦੇ 'ਚ ਇੱਕ ਬੜਾ ਸਿੰਪਲ ਫਾਰਮੂਲਾ ਜੇ ਤੁਸੀਂ ਅਪਣਾ ਲਓ ਨਾ, ਤਾਂ ਬੜੇ ਸੌਖੇ ਰਹੀਦਾ। ਮੈਂ ਆਪਣੇ ਘਰ 'ਚ ਵੀ ਕੀਤਾ, ਸੋ ਅਸੀਂ ਸਕਸੈਸਫੁਲ ਰਹੇ ਉਸ ਚੀਜ਼ ਦੇ ਵਿੱਚ, ਅਤੇ ਬਹੁਤ ਸਾਰੇ ਹੋਰ ਵੀ ਯਾਰਾਂ ਮਿੱਤਰਾਂ ਨੇ। ਵੱਡੇ ਬੱਚੇ, ਜਦੋਂ ਨਿੱਕਾ ਬੱਚਾ ਪੈਦਾ ਹੁੰਦਾ ਨਾ, ਤੁਸੀਂ ਉਹ ਬੱਚਾ ਵੱਡੇ ਬੱਚੇ ਨੂੰ ਦੇ ਦਿਓ। ਉਹਨੂੰ ਕੋਈ ਤੇਰਾ ਹੈ, ਇਹ ਤੇਰਾ ਆ, ਤੇਰਾ ਭਰਾ ਆ, ਅਤੇ ਅਸੀਂ ਉਹਨੂੰ ਸਾਂਭਣਾ। ਉਹਨੂੰ ਇਨਵੋਲਵ ਕਰੋ ਹਰ ਕੰਮ 'ਚ। ਅਸੀਂ ਕੀ ਕਰਦੇ ਹਾਂ, ਉਹ ਹੱਥ ਲਾਉਣ ਨੂੰ ਆਉਂਦਾ, ਅਸੀਂ ਉਹਦਾ ਹੱਥ ਫੜ ਕੇ ਪਰਾਂ ਨੂੰ ਕਰ ਦਿੰਦੇ ਕਿ ਕਾਕਾ ਨਾ ਨਾ ਨਾ। ਉਹ ਸੁੱਤਾ ਨੂੰ ਚੁੱਕਣਾ ਚਾਹੁੰਦਾ, ਅਸੀਂ ਚੁੱਕਣ ਨਹੀਂ ਦਿੰਦੇ। ਅਸੀਂ ਇੱਕ ਨਾ ਦੀਵਾਰ ਖੜੀ ਕਰ ਲੈਂਦੇ ਹਾਂ ਵੀ ਇਹ ਕਿਤੇ ਨੂੰ ਇਹ ਹਰਟ ਨਾ ਹੋ ਜੇ। ਉਹਦੇ 'ਚ ਨਿੱਕਾ ਤਾਂ ਨਹੀਂ ਹਰਟ ਹੁੰਦਾ, ਪਰ ਵੱਡਾ ਬਹੁਤ ਹਰਟ ਹੋ ਜਾਂਦਾ। ਸੋ ਜੇ ਤੁਸੀਂ ਉਹਨੂੰ ਥੋੜ੍ਹੀ ਜਿਹੀ ਰਿਸਪੋਂਸੀਬਿਲਿਟੀ ਦੇ ਦਿਓ। ਜੇ ਕੋਈ ਆਇਆ ਘਰ 'ਚ, ਕਈ ਕਹਿੰਦਾ ਜੀ ਆਹ ਤਾਂ ਬੜਾ ਸੋਹਣਾ ਕਾਕਾ, ਬੜਾ ਸੋਹਣਾ। ਜੇ ਉਹ ਤੁਹਾਡਾ ਵੱਡਾ ਬੱਚਾ ਲਾਗੇ ਖੜਾ ਹੈ, ਉੱਥੇ ਹੀ ਕਾਊਂਟਰ ਕਰ ਦਿਓ ਵੀ ਨਹੀਂ, ਉਹ ਜ਼ਿਆਦਾ ਸੋਹਣਾ ਵਾ, ਓਨਾ ਸੋਹਣਾ ਨਹੀਂ ਗਾ ਜਿੰਨਾ ਮੇਰਾ ਪਹਿਲਾ ਬੱਚਾ ਸੋਹਣਾ ਹੈ। ਫਿਰ ਉਹ ਥੋੜ੍ਹਾ ਵਧੀਆ ਫੀਲ ਕਰਦੇ ਆ, ਫਿਰ ਉਹ ਉਹਦੇ ਲਈ ਜਾਨ ਵੀ ਦਿੰਦੇ ਆ, ਪਿਆਰ ਵੀ ਕਰਦੇ ਆ।
ਫਿਰ ਉਹ ਕਹੂਗਾ ਨਹੀਂ ਮਮਾ ਇਹ ਜ਼ਿਆਦਾ ਸੋਹਣਾ, ਪਰ ਜੇ ਤੁਸੀਂ ਕਹਿਤਾ ਨਾ ਜ਼ਿਆਦਾ ਸੋਹਣਾ ਤੇ ਫਿਰ ਉਹਦੇ ਲਈ ਮੁਸ਼ਕਿਲ ਖੜੀ ਹੋ ਜਾਂਦੀ ਹੈ। ਤੇ ਖੈਰ ਵਾਪਸ ਅਸੀਂ ਜਿਹੜਾ ਫਿਰ ਮੇਨ ਕੰਸਰਨ ਅੱਜ ਦਾ ਉਸ ਤੇ ਆਉਂਦੇ ਆ। ਇਹ ਜਿਹੜੀ ਹੁਣ ਸਿਚੁਏਸ਼ਨ ਹੈ ਇਹਦੇ 'ਚ ਕਈਆਂ ਨੇ ਤੇ ਹੁਣ ਬੀਜ ਲਏ ਹੋਇਆ। ਹਾਂਜੀ, ਬੀਜ ਲਿਆ ਬਿਲਕੁਲ। ਉਹਨਾਂ ਨੇ ਇੱਕ ਦੂਸਰੇ ਦੇ ਖਿਲਾਫ ਬੱਚੇ ਨੂੰ ਪ੍ਰੋਗਰਾਮ ਕਰ ਦਿੱਤਾ, ਪੂਰਾ ਉਹਦੀ ਟ੍ਰੇਨਿੰਗ ਕਰਤੀ ਹਾਂ, ਬੜੇ ਸਟਲ ਵਿੱਚ ਕੀਤੀ ਹੁੰਦੀ। ਹਾਂਜੀ। ਤੇ ਹੁਣ ਉਹ ਅੱਜ ਦੀ ਗੱਲ ਸੁਣ ਕੇ ਮੰਨਿਆ ਜਾਂ ਲਾਈਫ 'ਚ ਕਿਸੇ ਲੇਟਰ ਸਟੇਜ ਤੇ ਇਹ ਰਿਅਲਾਈਜ਼ ਕਰਦੇ ਨੇ ਕਿ ਮੈਂ ਜੋ ਕੁਝ ਵੀ ਕੀਤਾ ਆਪਣੀ ਉਸ ਵੇਲੇ ਬੇਵਕੂਫੀ ਕਰਕੇ ਇਹਨੇ ਮੇਰੇ ਬੱਚੇ ਦੀ ਪਰਸਨੈਲਿਟੀ ਤੇ ਕੋਈ ਚੰਗਾ ਅਸਰ ਨਹੀਂ ਪਾਇਆ। ਬਾਅਦ ਵਿੱਚ ਹੁਣ ਇਹਦਾ ਫਲ ਨਜ਼ਰ ਆ ਰਿਹਾ। ਹਾਂਜੀ, ਤੇ ਉਸ ਵੇਲੇ ਕੁਝ ਹੋ ਸਕਦਾ? ਸ਼ਮੀਰ ਜੀ, ਦੋ ਚੀਜ਼ਾਂ ਨੇ ਇਹਦਾ ਹੱਲ। ਪਹਿਲਾ ਹੱਲ ਹੈ ਜੋ ਸਾਡੇ ਸਿਆਣਿਆਂ ਨੇ ਕਿਹਾ ਕਿ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਬਹਾਦਰੀ ਹੈ ਨਾ, ਉਹ ਹੁੰਦੀ ਆ ਕਿ ਹੱਥ ਖੜਾ ਕਰਕੇ ਕਹਿ ਦੇਣਾ ਕਿ ਮੇਰੇ ਤੋਂ ਗਲਤੀ ਹੋ ਗਈ। ਠੀਕ ਹੈ, ਕੋਈ ਪ੍ਰੋਬਲਮ ਨਹੀਂ। ਪੇਰੈਂਟਸ ਨੂੰ ਆਪਣੀ ਐਗਜ਼ਾਮਪਲ ਨਹੀਂ ਦੇਣੀ ਚਾਹੀਦੀ, ਪਰ ਮੈਂ ਕਈ ਵਾਰੀ ਆਪਣੇ ਬੱਚਿਆਂ ਤੋਂ ਮਾਫੀ ਮੰਗ ਲੈਣਾ ਕਿ ਯਾਰ ਸੌਰੀ, ਮੈਨੂੰ ਨਾ ਉਦੋਂ ਇਹ ਗੱਲ ਦੀ ਸਮਝ ਨਹੀਂ ਲੱਗੀ ਜਾਂ ਮੈਂ ਕਾਹਲੀ 'ਚ ਸੀ, ਜਿੱਦਾਂ ਵੀ। ਕੋਈ ਫਰਕ ਨਹੀਂ ਪੈਂਦਾ। ਤੁਹਾਡੀ ਇੱਜ਼ਤ ਵਧੇਗੀ ਤੁਹਾਡੇ ਬੱਚੇ ਦੇ ਮਾਈਂਡ ਦੇ ਵਿੱਚ ਕਿ ਯਾਰ ਮੈਂ ਆਹ ਕੁਛ ਕਰਦਾ ਰਿਹਾ, ਸ਼ਾਇਦ ਮੈਨੂੰ ਉਦੋਂ ਸਮਝ ਨਹੀਂ ਸੀ, ਮੈਥੋਂ ਗਲਤੀ ਹੋ ਗਈ ਹੈ। ਅਤੇ ਮੈਨੂੰ ਐਂ ਲੱਗਦਾ ਕਿ ਜੋ ਕੁਛ ਵੀ ਮੈਂ ਕਿਹਾ ਤੈਨੂੰ ਤੇਰੇ ਦੂਸਰੇ ਸਪਾਊਸ ਬਾਰੇ, ਮੈਨੂੰ ਲੱਗਦਾ ਕਿ ਮੇਰੇ ਵੇਖਣ ਦਾ ਪਰਸਪੈਕਟਿਵ ਗਲਤ ਸੀਗਾ ਅਤੇ ਆਈ ਫੀਲ ਸੌਰੀ ਫॉर दैट। ਕਹਿ ਦਿਓ, ਕੁਛ ਨਹੀਂ ਫਰਕ, ਉਹਨੇ ਆਪਣੇ ਆਪ ਤੁਹਾਡੀ ਵਾਰਤਾਲਾਪ ਸ਼ੁਰੂ ਹੋ ਜਾਣੀ ਹੈ। ਦੂਜਾ ਹੈਗਾ ਵਾ ਪਿਆਰ ਅਤੇ ਟਰਸਟ ਦਾ ਰਿਸ਼ਤਾ। ਇਹ ਵੀ ਜਿਹੜਾ ਸੂਤਰ ਮੈਂ ਦੱਸਿਆ ਵੀ ਤਾਂ ਹੀ ਚੱਲੂਗਾ ਜੇ ਉਹ ਬੱਚਾ ਤੁਹਾਨੂੰ ਪਿਆਰ ਅਤੇ ਟਰਸਟ ਕਰਦਾ ਹੈ। ਜੇ ਉਹ ਤੁਹਾਨੂੰ ਨਹੀਂ ਕਰਦਾ, ਹੁਣ ਤੁਹਾਡੀ ਮਾਫੀ ਮੰਗੀ ਵੀ ਉਹਦੇ ਲਈ ਡਰਾਮਾ ਹੋਣੀ ਆ। ਉਹਨੇ ਕਹਿਣਾ ਵੀ ਨਹੀਂ, ਇਹ ਹੁਣ ਕੋਈ ਹੋਰ ਤਰੀਕੇ ਨਾਲ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਬੱਚੇ ਜਿਹੜੇ ਨਹੀਂ ਪੜ੍ਹੇ ਕਈ ਵਾਰ ਆਪਣੇ ਪੇਰੈਂਟਸ ਨੂੰ ਦੋਸ਼ ਦੇ ਜਾਂਦੇ ਆ, ਜੀ ਤੁਸੀਂ ਨਹੀਂ ਪੜ੍ਹਾਇਆ, ਤੁਸੀਂ ਨਹੀਂ ਕੀਤਾ, ਹੈ ਨਾ। ਛੋਟੀਆਂ ਗੱਲਾਂ 'ਤੇ ਆਪਾਂ ਦੋਸ਼ ਦੇ ਦਿੰਦੇ ਹਾਂ ਪੇਰੈਂਟਸ ਨੂੰ। ਇਹ ਤਾਂ ਬਹੁਤ ਵੱਡਾ ਮਸਲਾ ਹੈ ਜਦੋਂ ਉਹਨੂੰ ਬਾਅਦ 'ਚ ਵੱਡਾ ਕੇ ਪਤਾ ਲੱਗਣਾ ਕਿ ਮੇਰੀ ਪ੍ਰੋਗਰਾਮਿੰਗ ਹੀ ਜਿਹੜੀ ਆ ਮੇਰੇ ਇੱਕ ਪੇਰੈਂਟ ਨੇ ਕੀਤੀ ਹੈ ਮੇਰੀ, ਅਤੇ ਉਹ ਫਿਰ ਬਹੁਤ ਨਫ਼ਰਤ ਕਰਨ ਲੱਗ ਜਾਂਦੇ ਆ ਉਹਨੂੰ ਵੀ, ਜਿਹਨੇ ਕੋਸ਼ਿਸ਼ ਕੀਤੀ ਹੁੰਦੀ ਆਪਣੇ ਨਾਲ ਲਾਉਣ ਦੀ। ਸੋ ਆਪਣੇ ਨਾਲ ਲਾਉਣ ਦੀ ਕੋਸ਼ਿਸ਼ ਨਾ ਕਰੋ, ਪਿਆਰ ਕਰੋ, ਉਹਨੇ ਆਪੇ ਹੀ ਲੱਗ ਜਾਣਾ। ਅਤੇ ਉਹਦੇ ਮਾਈਂਡ ਦੇ ਵਿੱਚ ਰਿਸਪੈਕਟ ਪੈਦਾ ਕਰਨੀ ਆ। ਤੁਸੀਂ ਉਹਨੂੰ ਕੋਈ ਸ਼ੀਸ਼ਾ ਨਹੀਂ ਫੜਾਉਣਾ ਕਿ ਤੂੰ ਇਹਦੇ ਵਿੱਚ ਦੀ ਵੇਖ। ਉਹਦਾ ਮਾਈਂਡ ਨੂੰ ਵਿਸ਼ਾਲ ਮਾਈਂਡ ਬਣਾਓ ਤਾਂ ਕਿ ਉਹ ਆਪੇ ਹੀ ਦੇਖ ਸਕੇ ਕਿ ਕੌਣ ਸਹੀ ਕੌਣ ਗਲਤ। ਤੁਸੀਂ ਨਾ ਮੈਨੂੰ ਲੱਗਦਾ ਕਿ ਵੀ ਬੱਚਿਆਂ ਨੂੰ ਪ੍ਰਾਪਰਟੀ ਦੀ ਤਰ੍ਹਾਂ ਨਾ ਟਰੀਟ ਕੀਤਾ ਜਾਏ। ਬਿਲਕੁਲ ਨਹੀਂ, ਬਿਲਕੁਲ ਵੀ ਇਹ ਮੇਰੀ ਹੁਣ ਕੋਈ ਮਲਕੀਅਤ ਹੈ ਅਤੇ ਮੈਂ ਆਪਣਾ ਕਬਜ਼ਾ ਰੱਖਣਾ ਇਹਦੇ ਉੱਤੇ। ਹਾਂ, ਇੱਕ ਚੀਜ਼ ਮੈਂ ਐਡ ਕਰੂੰਗਾ ਜਿਹੜੀ ਚੀਜ਼ ਕਿ ਥੋੜ੍ਹੀ ਜਿਹੀ ਪੇਨਫੁਲ ਆ ਵੇਖਣ 'ਚ। ਛੋਟੇ ਬੱਚੇ ਹੁੰਦੇ ਆ 18 ਮਹੀਨੇ 2 ਸਾਲ, ਮੇਰੇ ਕੋਲ ਆਉਂਦੇ ਕਈ ਵਾਰੀ ਜੀ, ਮਾਂ ਲੈ ਕੇ ਆਊਗੀ ਜੀ ਇਹ ਬਿਮਾਰ ਹੋ ਗਿਆ। ਅਤੇ ਮੈਂ ਕਦੋਂ ਦਾ ਬਿਮਾਰ ਹੋਇਆ? ਇਹ ਨਾ ਪਿਛਲੇ 2 ਦਿਨ ਆਪਣੇ ਪਿਓ ਨਾਲ ਸੀ। ਸੋ ਛੋਟੇ ਬੱਚੇ ਆ, ਉਹ ਸੈਟਰਡੇ ਸੰਡੇ ਪਿਓ ਨਾਲ ਹੁੰਦੇ ਆ, ਮੰਡੇ ਟਿਊਜ਼ਡੇ ਵੈਡਨਸਡੇ ਮਾਂ ਨਾਲ ਹੁੰਦੇ ਆ। ਠੀਕ ਹੈ ਨਾ। ਉਹਨਾਂ ਠੀਕ ਆ, ਇੱਥੋਂ ਦਾ ਲਾਅ ਆ, ਇਹਨਾਂ ਨੇ ਬਣਾਇਆ, ਮੈਂ ਉੱਥੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਪਰ ਜ਼ਿਆਦਾ ਵਧੀਆ ਗੱਲ ਹੁੰਦੀ ਆ ਵੀ ਜੇ ਉਹ ਸੈਟਰਡੇ ਸੰਡੇ ਆ ਅਤੇ ਦੋਵੇਂ ਪੇਰੈਂਟਸ ਨੂੰ ਇਕੱਠੇ ਮਿਲ ਲੈਣ। ਅਤੇ ਜੇ ਉਹ ਜਾਂਦਾ ਹੀ ਆ ਇੱਕ ਪੇਰੈਂਟ ਕੋਲ ਜਾਂ ਦੂਜੇ ਪੇਰੈਂਟ ਕੋਲ, ਅਤੇ ਪਲੀਜ਼ ਉਹਨੂੰ ਉਸ ਟਾਈਮ 'ਤੇ ਫੀਡ ਨਾ ਕਰੋ। ਠੀਕ ਹੈ ਨਾ, ਤਿਆਰੀ ਕਰਕੇ ਭੇਜੋ ਪਹਿਲਾਂ ਹੀ। ਹਾਂ, ਕਿ ਹਾਂਜੀ ਜੀ ਵੀ ਹੁਣ ਤੇਰੀ ਮੰਮਾ ਆਇਆ ਕਰਦੀ ਆ, ਉਹ ਇੱਦਾਂ ਕਰਦੀ ਹੋਣੀ ਆ, ਉਹ ਇੱਦਾਂ ਕਰਦੀ ਹੋਣੀ ਆ, ਅਤੇ ਮੰਮੀ ਆ ਕੇ ਪੁੱਛੇ ਫਿਰ ਡੈਡੀ ਨੇ ਕੀ ਕਿਹਾ, ਉਹਨੇ ਆਹ ਕੀਤਾ, ਉਹਨੇ ਆਹ ਕੀਤਾ। ਸੋ ਉਹਨੂੰ ਮਤਲਬ ਇੱਕ ਵਹੀਕਲ ਨਾ ਬਣਾਓ ਇਨਫੋਰਮੇਸ਼ਨ ਲੈਣ ਵਾਸਤੇ ਇੱਕ ਦੂਜੇ ਦੀ। ਉਹਨੂੰ ਪਿਆਰ ਨਾਲ ਰੱਖੋ ਅਤੇ ਉਹਨੂੰ ਇਹ ਨਾ ਲੱਗੇ ਕਿ ਮੈਨੂੰ ਕੁਐਸਚਨਿੰਗ ਕੀਤੀਆਂ ਜਾ ਰਹੀਆਂ, ਮੈਨੂੰ ਦੂਜੇ ਸਪਾਊਸ ਬਾਰੇ ਪੁੱਛਿਆ ਜਾ ਰਿਹਾ ਜਾਂ ਹੈ ਨਾ। ਅਤੇ ਉਦੋਂ ਪੇਰੈਂਟਸ ਫਿਰ ਕਈ ਵਾਰੀ ਨਾ ਸਰਕਾਸਟਿਕ ਸਮਾਈਲ ਵੀ ਦਿੰਦੇ ਆ ਮੂੰਹ 'ਤੇ, ਜਾਂ ਸਰਕਾਸਟਿਕ ਕਿਸਮ ਦੇ ਇੰਪ੍ਰੈਸ਼ਨਸ ਵੀ ਦਿੰਦੇ ਆ। ਸੋ ਜੇ ਇੱਥੋਂ ਤੱਕ ਨੌਬਤ ਆ ਹੀ ਗਈ ਆ ਅਤੇ ਪਲੀਜ਼ ਬੱਚੇ ਨਾਲ ਇੱਦਾਂ ਨਾ ਕਰੋ। ਇਹੋ ਜਿਹੀ ਮੈਨੂੰ ਕਈ ਵਾਰ ਕਹੀਓ ਜਿਹੀ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ। ਪੇਰੈਂਟਸ ਭਾਵੇਂ ਜਿਹੜਾ ਫਾਦਰ ਹੈ ਫੋਨ 'ਤੇ ਹੀ ਬੱਚੇ ਨਾਲ ਗੱਲ ਕਰ ਰਿਹਾ, ਪਰ ਉਨੀ ਦੇਰ ਦੇ ਵਿੱਚ ਹੀ ਇੰਨੇ ਇੱਕ ਗਲਤ ਕਮੈਂਟ ਮਾਂ 'ਤੇ ਕਰ ਦਿੰਦਾ ਬਿਲਕੁਲ, ਕਿ ਉਹ ਬੱਚਾ ਵੀ ਡਰਨ ਲੱਗ ਜਾਂਦਾ ਅਗਲੀ ਫੋਨ ਮੀਟਿੰਗ ਤੋਂ। ਡਰਨਾ। ਉਹ ਸਭ ਮੇਰੇ ਕੋਲ ਇੱਕ ਪੇਸ਼ੈਂਟ ਮੈਂ ਐਗਜ਼ਾਮਪਲ ਦੇਣ ਲੱਗਾ। ਉਹ ਜਿਹੜਾ ਮਦਰ ਹੈ ਉਹ ਮਤਲਬ ਉਹਨੇ ਅੰਮ੍ਰਿਤ ਛਕਿਆ ਹੋਇਆ, ਠੀਕ ਹੈ ਨਾ, ਅਤੇ ਛੋਟੀ ਬੱਚੀ ਆ, ਅਤੇ ਬੱਚੀ ਦੇ ਕਿਤੇ ਪੇਟ 'ਤੇ ਝਰੀਟ ਲੱਗ ਗਈ। ਅਤੇ ਉਹ ਜਦੋਂ ਫਾਦਰ ਕੋਲੇ ਗਈ ਅਤੇ ਫਾਦਰ ਨੇ ਦੇਖਿਆ ਝਰੀਟ ਲੱਗੀ ਆ, ਫਾਦਰ ਉਹਨੂੰ ਐਮਰਜੈਂਸੀ 'ਚ ਲੈ ਗਿਆ। ਅਤੇ ਉੱਥੇ ਜਾ ਕੇ ਉਹਨੇ ਕਿਹਾ ਕਿ ਮਦਰ ਦੀ ਜਿਹੜੀ ਕਿਰਪਾਨ ਆ ਨਾ, ਉਹ ਇਹਦੇ ਮਾਰੀ ਆ। ਓਕੇ, ਠੀਕ ਹੈ। ਉਹ ਪੰਗਾ ਖੜਾ ਹੋ ਜਾਂਦਾ ਨਾ ਕੋਈ ਨਾ ਕੋਈ। ਉਹ ਮੇਰੇ ਕੋਲ ਲੈ ਕੇ ਆਈ, ਮੈਨੂੰ ਡਾਕਟਰ ਸਾਹਿਬ ਹੋ ਸਕਦਾ ਵਾ ਇੱਦਾਂ ਵੀ ਮੇਰੀ ਆ ਕਿਰਪਾਨ ਦੇ ਵੱਜੀ ਹੋਵੇ। ਮੈਂ ਕਿਹਾ ਨਹੀਂ, ਬਣਦੀ ਤਾਂ ਨਹੀਂ ਹੈ ਗੱਲ ਕੋਈ ਵੀ, ਬਟ ਇਸ ਕਿਸਮ ਦੇ ਮਤਲਬ ਘਿਨਾਉਣੇ ਕਿਸਮ ਦੇ ਐਕਸ਼ਨ ਸਾਡੇ ਪੇਰੈਂਟਸ ਕਈ ਕਰ ਜਾਂਦੇ ਆ। ਹੁਣ ਜਿਹੜਾ ਬੱਚਾ ਆ ਉਹਨੂੰ ਤੁਸੀਂ ਵਹੀਕਲ ਬਣਾਇਆ ਨਾ, ਹੁਣ ਤੁਸੀਂ ਐਕਚੁਅਲੀ ਬੱਚੇ ਦੇ ਥਰੂ ਲੜਾਈ ਲਈ ਤੁਸੀਂ ਬੱਚੇ ਨੂੰ
ਮਤਲਬ ਇਉਂ ਲੱਗਦਾ ਢਾਲ ਤੁਸੀਂ ਬਣਾ ਰਹੇ ਬੱਚੇ ਹੋ। ਨੂੰ ਆਪਣਾ ਬੱਚਾ ਨਹੀਂ ਨਹੀਂ ਸਮਝ ਰਹੇ, ਸਮਝਦੇ, ਨਹੀਂ ਸਮਝਦੇ। ਤੁਸੀਂ ਆਪਣੀ ਦੁਸ਼ਮਣੀਆਂ ਕੱਢਣ ਲਈ ਇੱਕ ਟੂਲ ਦੀ ਤਰ੍ਹਾਂ ਯੂਜ਼ ਟੂਲ ਕਰ ਦੀ ਰਹੇ ਤਰ੍ਹਾਂ ਯੂਜ਼ ਕਰ ਰਹੇ, ਬਿਲਕੁਲ। ਸੋ ਇੱਥੋਂ ਭਾਵੇਂ ਆਪਣੇ ਗਲ 'ਚ ਗੁੱਟ 'ਚ ਧਾਗਾ ਬੰਨ੍ਹ ਲਓ ਤਾਂ ਕਿ ਯਾਦ ਰਵੇ। ਉਹਦਾ ਮਤਲਬ ਤਾਂ ਇਹੀ ਹੁੰਦਾ ਕਿ ਜਿਹੜੇ ਵੀ ਪੇਰੈਂਟਸ ਡਿਵੋਰਸੀ ਨੇ ਜਾਂ ਡਿਵੋਰਸ ਦੇ ਪ੍ਰੋਸੈਸ 'ਚ ਨੇ ਜਾਂ ਹੋ ਚੁੱਕੇ ਆ, ਉਹ ਧਾਗਾ ਬੰਨ੍ਹ ਲੈਣ ਅਤੇ ਧਾਗੇ ਨਾਲ ਇੱਕ ਥੋਟ ਐਸੋਸੀਏਟ ਕਰ ਲੈਣ ਕਿ ਸਾਡਾ ਬੱਚਾ ਸਾਡਾ ਟੂਲ ਨਹੀਂ ਹੈਗਾ ਲੜਾਈ ਦਾ। ਇਹ ਆਪਣੇ ਆਪ ਦੇ ਵਿੱਚ ਇੱਕ ਸ਼ਖਸੀਅਤ ਆ ਅਤੇ ਅਸੀਂ ਘੱਟੋ ਘੱਟ ਇਹਨੂੰ ਤਾਂ ਵਧੀਆ ਬਣਾ ਲਈਏ, ਆਪ ਨਹੀਂ ਬਣ ਸਕੇ। ਜਿੱਦਾਂ ਜਿਹੜਾ ਅਸੀਂ ਮਤਲਬ ਕਿ ਦੁਨੀਆ 'ਚ ਜੋ ਅਸੀਂ ਕਰਨਾ ਸੀ ਕਰ ਲਿਆ। ਹਾਂ, ਅਤੇ ਇੱਥੇ ਧਾਗਿਆਂ ਦਾ ਕਹਿੰਦੇ ਫਾਇਦਾ ਹੋ ਜਾਂਦਾ, ਉਹ ਚੇਤਾ ਆ ਜਾਂਦਾ ਬੰਦੇ ਨੂੰ ਵੇਖ ਕੇ ਵੀ ਯਾਰ ਮੈਂ ਆਹ ਕੰਮ ਕਰਨਾ। ਸੋ ਬੱਚਿਆਂ ਨੂੰ ਟੂਲ ਨਾ ਬਣਾਓ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਮਿਹਰਬਾਨੀ ਜੀ।